ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹਾਦਤ ਬਾਰੇ ਜ਼ਿਕਰ ਕਰਨਾ, ਉਹਨਾਂ ਦੀ ਜ਼ਿੰਦਗੀ ਦੇ ਇੱਕ ਇੱਕ ਪੜਾਅ ਨੂੰ ਜਦੋਂ ਵੇਖਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰਨ ਦੀ ਸਮਰੱਥਾ ਜਾਗਦੀ ਹੈ। ਇਉਂ ਕਹਿ ਲਈਏ ਵੀ ਅਸੀਂ ਬਲਹੀਣ ਤੋਂ ਬਲ ਵਾਲੇ ਹੋ ਜਾਂਦੇ ਹਾਂ। ਜੇ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਪੜ੍ਹੀਏ, ਕੁਝ ਗਾਈਏ, ਸੁਣੀਏ। ਇਸੇ ਕਰਕੇ ਸਤ ਸੰਗਤ ਨੂੰ ਮਾਨਤਾ ਦਿੱਤੀ ਗਈ ਹੈ ਵੀ ਸਤ ਸੰਗਤ ਵਿੱਚ ਪਹੁੰਚਣ ਦੇ ਨਾਲ ਮਨੁੱਖ ਦੇ ਵਿਚਾਰ ਨੇ ਨਾ ਜਿਹੜੇ ਉਹ ਤਬਦੀਲ ਹੋ ਜਾਂਦੇ ਆ, ਬਦਲ ਜਾਂਦੇ ਨੇ। ਤੇ ਬਦਲੇ ਹੋਏ ਵਿਚਾਰ ਦੁਨੀਆ ਦੇ ਵਿੱਚ ਇੱਕ ਵੱਖਰੇ ਤੌਰ 'ਤੇ ਜ਼ਿੰਦਗੀ ਜਿਉਣ ਦਾ ਪ੍ਰਣ ਕਰ ਲੈਂਦੇ ਨੇ। ਗੁਰੂ ਨਾਲ ਜੁੜ ਕੇ, ਸਤ ਸੰਗਤ ਨਾਲ ਜੁੜ ਕੇ ਵਿਚਾਰ ਬਦਲਦੇ ਆ। ਵਿਚਾਰ ਬਦਲਣ 'ਤੇ ਮਨੁੱਖ ਆਪਣੀ ਜ਼ਿੰਦਗੀ ਦੁਨੀਆ ਨਾਲੋਂ ਨਵੇਕਲੀ ਜਿਉਣ ਦਾ ਵਾਅਦਾ ਕਰਦਾ, ਜਿਹਨੂੰ ਤੀਜੇ ਪਾਤਸ਼ਾਹ ਨੇ ਇਉਂ ਵੀ ਲਿਖਿਆ, ਭਗਤਾਂ ਕੀ ਚਾਲ ਨਿਰਾਲੀ। ਫਿਰ ਉਹਨਾਂ ਰੱਬ ਦੇ ਪਿਆਰਿਆਂ ਦੀ ਦੁਨੀਆ ਦੇ ਵਿੱਚੋਂ ਜਿਹੜੀ ਚਾਲ ਆ ਉਹ ਵੱਖਰੀ ਹੁੰਦੀ ਆ, ਨਿਰਾਲੀ ਹੁੰਦੀ ਆ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚ ਆਪਾਂ ਝਾਤ ਮਾਰੀ ਆ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਸਤ ਸੰਗਤ ਨਾਲ ਜੁੜ ਕੇ ਇੱਕ ਨਹੀਂ ਅਨੇਕਾਂ ਲੋਕਾਂ ਦੇ ਜੀਵਨ ਦਾ ਉਧਾਰ ਹੋਇਆ। ਜਿੱਥੇ ਕਿ ਭਾਈ ਮੰਝ ਵਰਗੇ, ਭਾਈ ਬਹਿਲੋ ਵਰਗੇ, ਭਾਈ ਲੰਗਾ, ਇਹ ਸਭ ਕਬਰਾਂ, ਮੜੀਆਂ, ਮਸਾਣਾਂ ਦੇ ਪੁਜਾਰੀ ਗੁਰੂ ਦੇ ਸਿੱਖ ਬਣ ਗਏ। ਸਿੱਖ ਵੀ ਆਮ ਨਹੀਂ ਬਣੇ, ਖਾਸ ਬਣ ਗਏ। ਇਹ ਗੁਰੂ ਪਾਤਸ਼ਾਹ ਜੀ ਦੀ ਸਤ ਸੰਗਤ ਦੀ ਬਖਸ਼ਿਸ਼ ਆ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਬਖਸ਼ਿਸ਼ ਆ, ਗੁਰੂ ਪਾਤਸ਼ਾਹ ਜੀ ਦੇ ਸਿੱਖ ਇਤਿਹਾਸ ਦੀ ਬਖਸ਼ਿਸ਼ ਆ। ਤੇ ਅੱਜ ਵੀ ਆਪਾਂ ਗੁਰੂ ਇਤਿਹਾਸ ਨਾਲ, ਗੁਰਬਾਣੀ ਨਾਲ ਜੁੜ ਜਾਈਏ ਤਾਂ ਸਾਡੀ ਜ਼ਿੰਦਗੀ 'ਚ ਜ਼ਰੂਰ ਤਬਦੀਲੀ ਆਵੇਗੀ। ਐਸੀ ਗੱਲ ਨਹੀਂ ਹੈ ਵੀ ਤਬਦੀਲੀ ਨਾ ਆਵੇ, ਇਹ ਮਾਲਕ ਦੀ ਬਖਸ਼ਿਸ਼ ਆ। ਪਰ ਜੁੜਨਾ ਸਾਡੇ ਹੱਥ ਆ। ਅਸੀਂ ਹਿੰਮਤ ਕਰੀਏ, ਮਾਲਕ ਨਾਲ ਜੁੜੀਏ ਤੇ ਮਾਲਕ ਨੇ ਬਖਸ਼ਿਸ਼ ਜ਼ਰੂਰ ਕਰਨੀ ਆ। ਸੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਿਛਲੇ ਦਿਨਾਂ ਤੋਂ ਆਪਾਂ ਇਤਿਹਾਸ ਸੁਣਦੇ ਆ ਰਹੇ ਹਾਂ। ਅੱਜ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਕੁਝ ਆਪਾਂ ਸ਼ਹੀਦੀ ਦੇ ਕਾਰਨ ਉਹ ਵੇਖਣੇ ਆ। ਬਾਕੀ ਜਿਵੇਂ ਮਾਲਕ ਬੁਲਾਵੇਗਾ, ਜਿਉਂ ਬੁਲਾਵੇ ਤਿਉਂ ਬੋਲਹਾਂ ਸੁਆਮੀ ਕੁਦਰਤ ਕਬਣ ਹਮਾਰੀ। ਮੇਰੀ ਕੀ ਤਾਕਤ ਹੈ ਐ ਮੇਰੇ ਮਾਲਕ ਜੀ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਕੁਛ ਬੋਲਾਂ। ਬਖਸ਼ਿਸ਼ ਤਾਂ ਤੇਰੀ ਆ ਨਾ, ਪਿੱਛੇ ਤਾਕਤ ਤਾਂ ਤੇਰੀ ਆ। ਤੁਸੀਂ ਜਿਵੇਂ ਬਖਸ਼ਿਸ਼ ਕਰੋਗੇ ਉਵੇਂ ਬੁਲਾਵੋਗੇ। ਬਸ ਇੱਕ ਬੇਨਤੀ ਆ, ਐ ਮੇਰੇ ਮਾਲਕ, ਐ ਮੇਰੇ ਦਾਤਾ ਜੀ, ਜੋ ਮੈਂ ਸੁਣਿਆ, ਜੋ ਮੈਂ ਪੜ੍ਹਿਆ, ਜੋ ਮੈਂ ਵੇਖਿਆ, ਜੋ ਮੈਂ ਸਤ ਸੰਗਤ ਦੇ ਵਿੱਚ ਪਹੁੰਚ ਕੇ ਆਪ ਜੀ ਦੇ ਦਰਸ਼ਨ ਕੀਤੇ, ਤੇ ਮਾਲਕਾ ਮੇਰੀ ਦੁਨੀਆ ਦੇ ਵਿੱਚੋਂ ਚਾਲ ਵੱਖਰੀ ਬਣ ਜਾਵੇ, ਮੇਰਾ ਦੁਨੀਆ ਦੇ ਵਿੱਚੋਂ ਜੀਵਨ ਇੱਕ ਨਿਰਾਲਾ ਬਣ ਜਾਵੇ। ਤੇ ਪਿਆਰ ਵਾਲਿਓ ਚੇਤਾ ਰੱਖਿਓ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ। ਇਉਂ ਵੀ ਆਪਾਂ ਕਹਿੰਦੇ ਹਾਂ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖੀ ਦਾ ਬੂਟਾ ਲਾਇਆ, ਤੇ ਉਸ ਬੂਟੇ ਨੂੰ ਘੱਟੋ ਘੱਟ 250 ਪੌਣੇ 300 ਸਾਲ ਦੇ ਵਿੱਚ ਜਾ ਕੇ ਬਖਸ਼ਿਸ਼ ਹੁੰਦੀ ਆ, ਰਸਮਈ ਬਣਦਾ, ਇੱਕ ਨਵੇਕਲਾ ਬਣਦਾ, ਦੁਨੀਆ ਦੇ ਵਿੱਚੋਂ ਇੱਕ ਨਿਰਾਲਾ ਬਣਦਾ। ਅੱਜ ਲਾਇਆ ਕੱਲ੍ਹ ਫਲ ਨਹੀਂ। ਇਹ ਤਾਂ ਬੇਵਕੂਫੀ ਦੀ ਨਿਸ਼ਾਨੀ ਹੈ, ਜਿਹਨੇ ਅੱਜ ਬੀਜ ਪਾਇਆ ਤੇ ਕੱਲ੍ਹ ਹੀ ਭਾਲੇ। ਪਰ ਆਸ ਬੜੀ ਲੰਬੀ ਰੱਖਣੀ ਪੈਂਦੀ ਹੈ। ਇਹ ਬਾਬੇ ਨਾਨਕ ਦੇ ਲਾਏ ਹੋਏ ਬੂਟੇ ਨੂੰ, ਜਿਹਨੂੰ ਆਪਾਂ ਸਿੱਖੀ ਦਾ ਬੂਟਾ ਕਹਿੰਦੇ ਹਾਂ, ਤੇ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੋ ਸ਼ਹੀਦਾਂ ਦੇ ਸਰਤਾਜ ਨੇ, ਇਹਨਾਂ ਨੇ ਆਪਣੀ
पानी की थां ते खून पा के पालिया, बड़ा कीता। नौवें पातशाह ने अपने शरीर का खून पा के सिंजिया। साहबजादियां ने, अनेकां गुरु प्यारियां ने अपना खून पा के सिੱਖੀ ਦੇ बूटे नूं रमाया ते फिर किते जाके अज ये फल दे रहा, दुनिया नूं रस दे रहा गा। किते उस बूटे दे विचों लंगर रूपी रस, किसे उस बूटे विचों माया रूपी रस, किते उस बूटे दे विचों दवाइयां रूपी रस, किते उस बूटे दे विचों किसे भी लोड़वंद नूं किसे तरह की हैल्प की लोड़ आ, धी दा विआह, दुनियावी कारज आ, किसी तरह का भी कोई कारज आ, वो सिੱਖੀ दे बूटे नालों आके अपना लोड़ मुताबक फल तोड़ के लै जांदा। अज वो सिੱਖੀ दे बूटे की छां आ जिहड़ी वो असीं मान रहे हैं। बाबे नानक ने लाया शहीदां दी तन दा देही दा खून पिया ते अज किते जाके उस सिੱਖੀ दे बूटे नूं फल आ जिहड़ा वो लग रहा, मिल रहा सानूं। सो गुरु किरपा करे। आपां भी गुरु अगे अरदास करिए, मालका साडी जिंदगी दे विच भी ऐसा एक न्यारापन लेके आ, जिस न्यारेपन दे सदका मैं दुनिया दे विच ना कुछ बन सकां, कुछ ना कुछ मेरी जिंदगी दे विच विशेष आ जावे। गुरु नानक साहब दा जी एक पावन शब्द आ। गुरु पातशाह जी कहते ने मनुख की जिंदगी के विचार अलग दुनिया के विचों होने चाहिए ने। वो तुसी पिछे डिटेल गुरु नानक साहब के जीवन की सुनी आ। दुनिया के नालों गुरु के सिख की सोच वाज वर्गी होनी चाहिए आ, अलग होनी चाहिए आ। हुण ते जिक्र बाज का भी आ गया ना, तो साडे दशमेश पिता धन गुरु गोबिंद सिंह महाराज नूं तां असीं कई नहीं वाजां वाले आ, पर चेता रखियो बाज दे विच कुछ गुण ने। बेशक वो अपना विशा नहीं, पर इन्नी काफ़ी है, तुसीं समझदार हो। अज सब कुछ सानू नैट ते मिल जाता। बाज विच कुछ गुण ने, जिहड़ी गल गुरु नानक पातशाह जी कहंदे है ना, सिख दे जीवन दा जिहड़ा झुकाव आ वो बाज वर्गा होना चाहिए। क्यों? क्योंकि बाज भी हवा तो उल्ट चलदा। जिन्ने दुनिया दे विच ना इस धरती ते पंछी ने, सारे हवा दे और रुख मुताबक चलते आ। जिधर नूं हवा जाती है तकरीबन सारे पंछियां दा मूँह उधर ही हुंदा। एक आवाज़ आ जिहड़ा हवा तो उल्ट चलदा, ते एक दुनिया दी हवा गी जिधर नूं लोक जांदे आ, दुनिया दे लोक उधर ही जांदे आ। ये दुनिया दा सुभाग आ। आपां कहने हैं ना जी की करिए, रीत आ, रीत मुताबक चलना पैंदा। रीत मीनज हवा भी, तो संसार दी हवा ही है ना, हवा मुताबक चलना पैंदा। ते गुरु की कहंदा, बाज वर्गा बन जा, हवा तो उल्ट चल। बाज वर्गा बन जा, हवा तो उल्ट तुर। ते फिर गुरु दे सिख ताइयों नराले कहाउंदे ने, न्यारे कहाउंदे ने, दुनिया दे विचों विशेष कहाउंदे ने, हवा तो उल्ट चलदे ने। दुनिया दी हवा तो ना उल्ट। भेड़ चाल नहीं, अपनी जिंदगी दे विच जे चाल बनाई है तो गुरु तो पुछ के बनाई है। एक पंजवें पातशाह दे जीवन दी आपां नूं पता, बख्शिश आ। एक गुरु दे सिख दा जिक्र आउंदा, बड़ा प्यारा जिक्र आउंदा गा। जे आपां वेखीए न्यारेपण च, नवेकलेपण च, विशेषपण च, ते दशमेश पिता ने तां ये अपने इतिहासक बचन भी उचारिया, रहतनामिਆਂ ਦੇ ਵਿੱਚੋਂ भी सानू बख्शिशां मिलदियां ने। पातशाह जिक्र की करते ने, कहंदे मैनू दुनिया दे विच रहिंदियां होए ना किसी दे शरीर नाल हित नहीं है, किसी दी बॉडी दे नाल प्यार नहीं है। ठीक आ भी दुनिया दा सुभाਅ ही तन नूं प्यार करदे आ, पर बाबा नानक कहंदा नहीं, 10वें जामे विच कहंदा मैनू किसी दी देह दे नाल प्यार नहीं। रहत प्यारी मुझको सिख प्यारा नाहे कहागा। चलो कहन तो भाव भगतां की चाल निराली।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਾਂ ਇਤਿਹਾਸ ਪੜ੍ਹ ਰਹੇ ਹਾਂ। ਇੱਕ ਛੋਟੀ ਜਿਹੀ ਵਿੱਚੋਂ ਆਪਾਂ ਕਹਾਣੀ ਲੈਣੀ ਆ, ਸਟੋਰੀ, ਜਿਹਦੇ ਨਾਲ ਸਾਡਾ ਵਿਸ਼ਵਾਸ ਬਣ ਜਾਵੇ ਗੁਰੂ 'ਤੇ। ਗੜ੍ਹ ਸ਼ੰਕਰ ਦਾ ਰਹਿਣ ਵਾਲਾ ਇੱਕ ਗੁਰੂ ਦਾ ਸਿੱਖ ਆ, ਜਿਹਦਾ ਨਾਂ ਇਤਿਹਾਸ ਨੇ ਭਾਈ ਤਿਲਕਾ ਜੀ ਲਿਖਿਆ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਜਿਹੜਾ ਭੌਰਾ ਹੋਵੇ, ਇਉਂ ਕਹਿ ਲਓ ਜਿਹੜਾ ਭੌਰਾ ਮਨੁੱਖਾ ਸਰੀਰ ਰੂਪੀ ਭੌਰਾ ਨਾ ਗੁਰੂ ਨਾਨਕ ਪਾਤਸ਼ਾਹ ਦੇ ਲਾਏ ਹੋਏ ਬੂਟੇ 'ਤੇ ਆ ਕੇ ਰੋਜ਼ ਬਹਿੰਦਾ ਹੋਵੇ, ਤੇ ਚੇਤਾ ਰੱਖਿਓ ਉਹ ਭੌਰਾ ਨਾ ਕਿਤੇ ਗੰਦਗੀ 'ਤੇ ਨਹੀਂ ਜਾ ਕੇ ਬਹਿੰਦਾ ਗਾ, ਉਹ ਕਿਤੇ ਰੂੜੀ 'ਤੇ ਨਹੀਂ ਜਾ ਕੇ ਬਹਿੰਦਾ ਗਾ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਲਾਏ ਹੋਏ ਪੌਦੇ 'ਤੇ ਸਿੱਖੀ ਦੇ ਬੂਟੇ 'ਤੇ ਆ ਕੇ ਬਹਿੰਦਾ ਗਾ, ਰਸ ਚੂਸਦਾ। ਇਹ ਭੌਰੇ ਦੇ ਵਿੱਚ ਖੂਬੀ ਆ, ਇਹ ਗੁਣ ਆ। ਉਹ ਬਨੌਟੀ ਫੁੱਲ 'ਤੇ ਨਹੀਂ ਜਾਂਦਾ, ਅਸਲੀ ਫੁੱਲ 'ਤੇ ਜਾਂਦਾ। ਸ਼ਹਿਦ ਦੀ ਮੱਖੀ ਦਾ ਵੀ ਇਹ ਗੁਣ ਆ। ਦੇਖੋ ਫੁੱਲ ਤਾਂ ਹੁਣ ਆਪਾਂ ਕਿਸੇ ਵੀ ਹਾਲ ਵਿੱਚ ਜਾਈਏ, ਸਾਡੇ ਘਰਾਂ ਦੇ ਵਿੱਚ ਵੀ ਅੱਜ ਤਾਂ ਇੱਦਾਂ ਦਾ ਸਾਡਾ ਸਾਰਿਆਂ ਦਾ ਸੁਭਾਅ ਵੀ ਆਪਾਂ ਆਮ ਹੀ ਗੁਲਦਸਤੇ ਲਿਆ ਕੇ ਕਮਰਿਆਂ 'ਚ ਰੱਖ ਦਿੰਦੇ ਹਾਂ। ਪਰ ਕਦੇ ਨਿਗਾਹ ਮਾਰ ਕੇ ਵੇਖਿਓ ਉਹਨਾਂ ਗੁਲਦਸਤਿਆਂ 'ਤੇ ਕਦੇ ਸ਼ਹਿਦ ਦੀ ਮੱਖੀ ਜਾਂ ਭੌਰਾ ਨਹੀਂ ਆ ਕੇ ਬਹਿੰਦਾ। ਤੇ ਜੇ ਭੌਰੇ ਦੀ ਥਾਂ ਤਾਂ ਉਹ ਮਕਰੰਦ ਰਸ ਫੁੱਲ ਹੈ। ਫੁੱਲ ਤੋਂ ਬਿਨਾਂ ਮਕਰੰਦ ਰਸ ਨਹੀਂ ਹੈ, ਮਕਰੰਦ ਰਸ ਤੋਂ ਬਿਨਾਂ ਭੌਰਾ ਨਹੀਂ ਹੈ। ਮਕਰੰਦ ਰਸ ਦੇ ਲਈ ਤਾਂ ਉਹ ਆਪਣੀ ਜਾਨ ਤੱਕ ਵੀ ਵਾਰ ਜਾਂਦਾ। ਇਵੇਂ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਜਿਹੜਾ ਰੱਬੀ ਪਿਆਰਾ ਗੁਰੂ ਦਾ ਸਿੱਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਸ ਗੁਰਸਿੱਖੀ ਦੇ ਪੌਦੇ ਦਾ ਭੌਰਾ ਬਣ ਜਾਵੇ ਨਾ, ਉਹ ਕਿਤੇ ਹੋਰ ਨਹੀਂ ਜਾਂਦਾ। ਬਸ ਇੰਨੇ ਕਾਫੀ ਆ। ਇਸੇ ਇਲਾਕੇ ਦੇ ਵਿੱਚ ਨਾ ਇੱਕ ਸੀ ਮਹੇਸ਼ਾ ਜੋਗੀ, ਤੇ ਜੋਗੀਆਂ ਦੇ ਪਰਥਾਏ ਤਾਂ ਗੁਰੂ ਨਾਨਕ ਸਾਹਿਬ ਨੇ ਬਹੁਤ ਟਾਈਮ ਪਹਿਲਾਂ ਵੀ ਲਿਖਿਆ ਨਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ। ਪਾਤਸ਼ਾਹ ਜੀ ਕਹਿੰਦੇ ਜੋਗੀ ਅੰਨਾ, ਤੇ ਅੱਜ ਅਸੀਂ ਜੋਗੀਆਂ ਤੋਂ ਬਿਨਾਂ ਸਾਹ ਨਹੀਂ ਲੈਂਦੇ ਗੇ। ਜਿਨ੍ਹਾਂ ਨੇ ਭਗਵੇਂ ਕੱਪੜੇ ਪਾਏ, ਕੰਨਾਂ ਵਿੱਚ ਕੁੰਡਲ ਪਾਏ, ਬਸ ਅਸੀਂ ਅੱਜ ਹੱਥ ਦਿਖਾਉਣੇ ਫਿਰਦੇ ਹਾਂ ਵੀ ਮੇਰੇ 6 ਬੈਂਡ ਆਉਣਗੇ ਕਿ ਆਉਂਦੇ ਨਹੀਂ। ਲੈ ਕਮਾਲ ਆ, ਪੜ੍ਹਦਾ ਤੂੰ ਆ, ਮਿਹਨਤ ਤੇਰੀ ਆ। ਜੋਗੀ ਨੂੰ ਕੀ ਪਤਾ, ਉਹਨੂੰ ਤਾਂ ਹੀ ਨਹੀਂ ਪਤਾ ਵੀ ਬੈਂਡ ਹੁੰਦੇ ਕੀ ਨੇ। ਸਾਡਾ ਸੁਭਾਗ ਆ। ਪਰ ਜੇ ਆਪਾਂ ਮਾਲਕ ਦੇ ਦਰਸਾਏ ਹੋਏ ਮਾਰਗ 'ਤੇ ਤੁਰਦੇ ਆ ਨਾ, ਤੇ ਗੁਰੂ ਦਾ ਸਿੱਖ ਆਪਣੀ ਮਿਹਨਤ 'ਤੇ ਭਰੋਸਾ ਰੱਖਦਾ। ਜੇ ਮੈਂ ਮਿਹਨਤ ਕੀਤੀ ਹੈ ਤਾਂ ਫਲ ਮਿਲੂਗਾ। ਉਹ ਕਿਸੇ ਬਾਬੇ ਪੀਰ 'ਤੇ ਭਰੋਸਾ ਨਹੀਂ ਰੱਖਦਾ ਗਾ। ਉਹਨੂੰ ਆਸ ਆ ਮਿਹਨਤ ਦਾ ਮੁੱਲ ਬਾਬਾ ਨਾਨਕ ਦੇਊਗਾ, ਐਸੀ ਗੱਲ ਨਹੀਂ ਵੀ ਨਾ ਦੇਵੇ। ਹੁਣ ਇਹ ਜੋਗੀ ਹੈਗਾ ਮਹੇਸ਼ਾ, ਇਹਨੇ ਗੜ੍ਹ ਸ਼ੰਕਰ ਦੇ ਇਲਾਕੇ ਵਿੱਚ ਇੱਕ ਵਹਿਮ ਦਾ ਭਰਮ ਦਾ ਜਾਲ ਬੁਣਤਾ। ਇਹਨੇ ਆਪਣੇ ਵੱਲੋਂ ਨਾ ਆਪਣੇ ਏਜੰਟਾਂ ਨੂੰ ਭੇਜ ਕੇ, ਸੇਵਾਦਾਰ ਕਹਿ ਲਓ, ਸੇਵਾਦਾਰਾਂ ਨੂੰ ਭੇਜ ਕੇ ਸਾਰੇ ਇਲਾਕੇ ਦੇ ਵਿੱਚ ਇੱਕ ਡੌਂਡੀ ਪਟਵਾਤੀ। ਕਹਿੰਦੇ ਵੀ ਜਿਹੜਾ ਬੰਦਾ ਮਹੇਸ਼ੇ ਜੋਗੀ ਨੇ ਕੀਤਾ ਗਾ ਜਪ ਤਪ, ਤੇ ਮਹੇਸ਼ੇ ਜੋਗੀ ਦੇ ਕਰ ਲੂਗਾ ਦਰਸ਼ਨ, ਤੇ ਉਹ ਬੰਦੇ ਨੂੰ ਸਵਰਗ ਮਿਲਣਗੇ। ਉਹਨਾਂ ਬੰਦਿਆਂ ਨੂੰ ਸਵਰਗ ਮਿਲਣਗੇ। ਜਾਓ। ਹੁਣ ਲੋਕਾਂ ਦੀਆਂ ਲੱਗ ਗਈਆਂ ਲੈਣਾ, ਲੋਕਾਂ ਦੀਆਂ ਤਾਂ ਲੈਣਾ ਲੱਗ ਗਏ ਨਾ। ਕੁਦਰਤੀ ਸੁਭਾਗ ਆ। ਅੱਜ ਇੱਥੇ ਰੌਲਾ ਪਾ ਦਿਓ ਵੀ ਆ 6ਵੇਂ ਪਾਤਸ਼ਾਹ ਦਰਬਾਰ 'ਚ ਤਾਂ ਪਤਾ ਨਹੀਂ ਕੁਛ ਮਿਲੇ ਨਾ ਮਿਲੇ, ਆ ਫਲਾਣੇ ਥਾਂ ਨਾ ਕੋਈ ਬਾਬਾ ਉਤਰਿਆ ਗਾ, ਉੱਥੇ ਜਾਓ, ਐਸਾ ਆਸ਼ੀਰਵਾਦ ਦਿੰਦਾ, ਬਸ ਜ਼ਿੰਦਗੀ ਤਰ ਜੂਗੀ। ਤੇ ਮਾਫ਼ ਕਰਨਾ, ਰੱਬ ਦੇ ਪਿਆਰਿਆਂ ਨੂੰ ਛੱਡ ਕੇ ਬਹੁਤਿਆਂ ਦਾ ਝੁਕਾਅ ਉਸ ਬੰਨੇ ਹੋਵੇਗਾ। ਕੁਦਰਤੀ ਗੱਲ ਆ। ਪਾਣੀ ਦਾ ਸੁਭਾਅ ਨਾ ਕੀ ਸੁਭਾਅ ਗਾ, ਪਾਣੀ ਨੇ ਨੀਵੇਂ ਪਾਸੇ ਜਾਣਾ ਗਾ। ਹੁਣ ਪਾਣੀ ਉੱਚੇ ਵਾਲੇ ਪਾਸੇ ਨਹੀਂ ਜਾਂਦਾ ਗਾ। ਕੁਦਰਤੀ ਪਰਮਾਤਮਾ ਵੱਲੋਂ ਨਿਯਮ ਆ ਇੱਕ। ਕਿਉਂਕਿ ਪਾਣੀ ਦਾ ਜਿਹੜਾ ਮੂਲ ਆ ਨਾ, ਉਹ ਧਰਤੀ 'ਚ ਆ, ਤੇ ਪਾਣੀ ਧਰਤੀ 'ਚ ਹੀ ਜਾਂਦਾ ਗਾ।
ਮਾਲਕ ਕਿਰਪਾ ਕਰੇ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਮਨੁੱਖ ਦਾ ਸੁਭਾਗ ਆ ਭਾਈ, ਕਿਉਂਕਿ ਇਹਦੇ ਦਿਮਾਗ ਦਾ, ਇਹਦੇ ਮਨ ਦਾ ਇੱਕ ਐਸਾ ਖਿਆਲ ਆ ਵੀ ਮੈਨੂੰ ਨਾ ਮਿਹਨਤ ਨਾ ਕਰਨੀ ਪਵੇ, ਬਸ ਕੰਨਾਂ ਵੱਟੀ ਕੁਰਰ ਕੇ ਕਿ ਮੇਰਾ ਜੀਵਨ ਬਦਲ ਜਾਵੇ। ਨਹੀਂ, ਇੱਦਾਂ ਨਹੀਂ ਬਦਲਦਾ, ਮਿਹਨਤ ਤਾਂ ਜ਼ਰੂਰ ਕਰਨੀ ਪੈਂਦੀ ਆ। ਕਿਸਮਤ ਦੀ ਮਾਂ ਮਿਹਨਤ ਆ, ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਨੂੰ। ਜੇ ਕੋਈ ਪੁੱਛੇ ਨਾ ਵੀ ਕਿਸਮਤ ਦਾ ਜਨਮ ਕਿੱਥੋਂ ਹੁੰਦਾ, ਕਿਉਂਕਿ ਹਰ ਇੱਕ ਚੀਜ਼ ਦਾ ਜਨਮ ਕਿਤੋਂ ਨਾ ਕਿਤੋਂ ਹੋਇਆਗਾ, ਐਵੇਂ ਕੋਈ ਚੀਜ਼ ਨਹੀਂ ਬਣੇਗੀ। ਹਰ ਚੀਜ਼ ਦਾ ਜਨਮ ਨਾ ਕਿਤੋਂ ਹੋਇਆਗਾ, ਪਰ ਕਿਸਮਤ ਦੀ ਮਾਂ ਮਿਹਨਤ ਆ। ਤੇ ਮਿਹਨਤ ਦੁਨੀਆ ਦੇ ਵਿੱਚ ਬਿਰਲਿਆਂ ਨੂੰ ਛੱਡ ਕੇ ਕੌਣ ਕਿੰਨੀ ਕੁ ਕਰਦਾ ਗਾ। ਸਭ ਧਾਗੇ ਤਵੀਤਾਂ ਤੇ ਆਸਾਂ ਰੱਖਣ ਵਾਲੇ ਆ। ਮਿਹਨਤ ਕਰੋ, ਜਿਵੇਂ ਆਪਾਂ ਕਹਿੰਦੇ ਨਾ, ਦੱਬ ਕੇ ਵਾਹ ਰੱਜ ਕੇ ਖਾ। ਤੇ ਬਾਬੇ ਨਾਨਕ ਦਾ ਸਿਧਾਂਤ ਵੀ ਪਹਿਲਾਂ ਕਿਰਤ ਦਾ, ਕਿਰਤ ਕਰ ਪਹਿਲਾਂ, ਨਾਮ ਦੀ ਗੱਲ 2 ਨੰਬਰ ਤੇ ਆ। ਚਲੋ ਬਖਸ਼ਿਸ਼ ਕਰੇ ਮਾਲਕ। ਹੁਣ ਮਹੇਸ਼ੇ ਜੋਗੀ ਦੇ ਚੇਲਿਆਂ ਨੇ ਪਿੰਡਾਂ ਦੇ ਵਿੱਚ ਇਹ ਗੱਲ ਫੈਲਾਤੀ, ਜਿਹੜਾ ਬੰਦਾ ਮਹੇਸ਼ੇ ਜੋਗੀ ਦੇ ਦਰਸ਼ਨ ਕਰੇਗਾ ਉਹਨੂੰ ਸਵਰਗ ਮਿਲ ਜੂਗਾ। ਸਾਰੀ ਵਾਗੇ, ਕੋਈ ਵੀ ਨਾ ਰਿਹਾ, ਇੱਕ ਰਹਿ ਗਿਆ ਨਾ, ਗੜ੍ਹ ਸ਼ੰਕਰ ਦਾ। ਕੌਣ ਆਗਾ? ਉਹ ਆ ਭਾਈ ਤਿਲਕਾ ਜੀ। ਹੁਣ ਜੋਗੀ ਨੇ ਆਪਣੇ ਚੇਲਿਆਂ ਨੂੰ ਪੁੱਛਿਆ, ਕਿਉਂਕਿ ਗੁਪਤ ਕੋੜਵਾੜ ਤਾਂ ਹੁੰਦੀ ਹੈ ਨਾ, ਦੱਸੋ ਭਲਾ ਕਿੰਨੇ ਕੁ ਆ ਗਏ ਤੇ ਕਿੰਨੇ ਕੁ ਰਹਿ ਗਏ, ਕੋਈ ਐਸਟੀਮੇਟ? ਕਹਿੰਦੇ ਜੀ ਕੋਈ ਵੀ ਨਹੀਂ ਰਿਹਾ, ਸਾਰੀ ਆ ਗਏ, ਕੋਈ ਵੀ ਨਹੀਂ ਰਿਹਾ ਗਾ। ਤੇ ਮਹੇਸ਼ਾ ਖੁਸ਼ ਬੜਾ ਹੋਇਆ ਵੀ ਆਪਣਾ ਪਖੰਡ ਚੱਲ ਗਿਆ, ਆਪਣੀ ਦਵਾਈ ਨਾ ਦੁਨੀਆ ਤੇ ਅਸਰ ਕਰ ਗਈ। ਜਿਹੜਾ ਇੱਕ ਵਾਰੀ ਦਰਸ਼ਨ ਕਰਦਾ ਉਹਨੂੰ 1 ਸਾਲ ਦਾ ਸਵਰਗ, 2 ਵਾਰੀ ਕਰੂਗਾ ਉਹਨੂੰ 2 ਸਾਲਾਂ ਦਾ ਸਵਰਗ। ਇੱਦਾਂ ਦਾ ਮਨਮੱਤੀ ਪਖੰਡ ਫੈਲਾ ਦਿੱਤਾ। ਜਦੋਂ ਕਿਹਾ ਵੀ ਸਭ ਹੀ ਆ ਗਏ, ਪਰ ਨਾਲ ਸੁਨੇਹਾ ਇਹ ਵੀ ਮਿਲ ਗਿਆ ਵੀ ਇੱਕ ਨਹੀਂ ਆਇਆ। ਕੌਣ ਆ? ਉਹ ਫਲਾਣੇ ਥਾਂ ਰਹਿਣ ਵਾਲਾ ਇੱਕ ਵਿਅਕਤੀ ਹੈ ਤਾਂ ਆਮ ਜਿਹੀ ਆ, ਕੋਈ ਲੱਗਦਾ ਤਾਂ ਦੇਖਣ ਨੂੰ ਨਾ ਮਿਹਨਤ ਮਜ਼ਦੂਰੀ ਵਾਲਾ ਹੀ ਹੈਗਾ, ਕੋਈ ਏਡਾ ਖਾਸ ਨਹੀਂ ਲੱਗਦਾ ਗਾ। ਉਹ ਨਹੀਂ ਆਇਆ। ਕਹਿੰਦਾ ਜਾਓ ਫਿਰ ਉਹਨੂੰ ਕਹੋ ਜਾ ਕੇ ਵੀ ਆ ਜਾ, ਮੌਕਾ ਖੁੰਝ ਜੂ, ਫਿਰ ਮੌਕਾ ਨਹੀਂ ਮਿਲਣਾ ਮੁੜਿਆ, ਚੱਲ ਵੜ ਤੂੰ ਵੀ ਜੋਗੀ ਕੋਲੇ। ਚੇਲੇ ਗਏ, ਕਹਿੰਦੇ ਆ ਜਾ ਭਾਈ, ਤੂੰ ਨਹੀਂ ਆਇਆ, ਸਾਰੀ ਦੁਨੀਆ ਬਾਗੀ। ਲੈ ਤੂੰ ਦੁਨੀਆ ਨਾਲੋਂ ਸਿਆਣਾ ਗਾ, ਅਸੀਂ ਕਹਿਣਾ ਨਾ ਅਗਲੇ ਨੇ ਤਾਂ ਤੂੰ ਦੁਨੀਆ ਨਾਲੋਂ ਸਿਆਣਾ, ਚੱਲ ਤੂੰ ਵੀ। ਤੇ ਅੱਗੇ ਲਾਲਚ ਕੇ ਦਿੱਤਾ ਵੀ 1 ਸਾਲ ਦਾ ਸਵਰਗ। ਤੇ ਹੁਣ ਦੇਖੋ ਗੁਰੂ ਦੇ ਸਿੱਖ ਦਾ ਸਿਦਕ, ਇਹ ਸਿਦਕੀ ਸਿੱਖਾਂ ਦੇ ਜੀਵਨ ਚੋਂ ਨਾ ਸਾਨੂੰ ਜੀਵਨ ਜਿਉਣ ਦੀ ਸੋਝੀ ਮਿਲਦੀ ਆ। ਸਿਦਕੀ ਸਿੱਖ ਦਾ ਜੀਵਨ ਕੈਸਾ। ਤੇ ਅੱਗੋਂ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹ ਕੇ ਸੁਣਾਉਂਦਾ, ਕਾਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ। ਰੱਬ ਦੇ ਪਿਆਰੇ ਤਾਂ ਨਾ ਤਾਂ ਨਰਕ ਤੋਂ ਡਰਦੇ ਨੇ, ਇੱਕ ਗੱਲ ਆ, ਨਰਕ ਤੋਂ ਡਰ ਕੋਈ ਨਹੀਂ, ਤੇ ਨਾ ਸਵਰਗ ਦੀ ਚਾਹਤ ਰੱਖਦੇ ਨੇ। ਨਰਕ ਸੁਰਗ ਨਾ ਵਾਸੀ ਹੈ। ਸਾਨੂੰ ਕੋਈ ਚਾਹਤ ਨਹੀਂ ਹੈ ਵੀ ਸਾਨੂੰ ਸਵਰਗਾਂ ਦੇ ਵਿੱਚ ਥਾਂ ਮਿਲੇ, ਸਾਨੂੰ ਨਰਕਾਂ ਦੇ ਵਿੱਚ ਥਾਂ ਨਾ ਮਿਲੇ, ਕਿਉਂਕਿ ਇਹ ਤਾਂ ਦੁਨੀਆ ਦੀ ਫੈਲਾਈ ਹੋਈ ਗੱਲ ਆ। ਅੱਜ ਜਿੱਥੇ ਬੈਠੇ ਹੋ ਤੁਸੀਂ ਪਿਆਰ ਵਾਲੇ, ਗੌਰ ਕਰਿਓ, ਇਹ ਕੀ ਹੈ? ਇਹ ਸਵਰਗ ਆ। ਇਦੋਂ ਵੱਡਾ ਸਵਰਗ ਦੁਨੀਆ 'ਚ ਕਿਤੇ ਮਿਲੂਗਾ? ਇੱਕ ਗੱਲ ਦਾ ਹੋਰ ਥੋੜ੍ਹਾ ਜਿਹਾ ਨਕਸ਼ਾ ਬਣਾ ਕੇ ਦੇਖੋ ਆਪਣੀ ਸੁਰਤ 'ਚ। ਅੱਜ ਆਪਾਂ ਸਾਰੀ ਮੰਨ ਲਓ ਇੱਕ ਚਾਹਤ ਰੱਖਦੇ ਹਾਂ ਦੇਸ਼ ਵਿਦੇਸ਼ ਜਾਣ ਦੀ, ਜਾਓ, ਜਾਣਾ ਜ਼ਰੂਰੀ ਆ, ਦੱਬ ਕੇ ਕਮਾਈ ਕਰੋ, ਆਪਾਂ ਸਾਰੀ ਜਾਂਦੇ, ਆਪਣੇ ਬੱਚਿਆਂ ਨੂੰ ਵੀ ਭੇਜਦੇ ਹਾਂ। ਪਰ ਇੱਕ ਗੱਲ ਧਿਆਨ ਰੱਖਿਓ, ਉੱਥੇ ਜਾ ਕੇ ਆਪਣੀਆਂ ਆਮ ਹੀ ਪਿੰਡਾਂ ਦੀਆਂ ਖੁੰਡ ਚਰਚਾਵਾਂ ਨੇ ਇਹ ਜੀ, ਸਭ ਕੁਛ ਮਿਲ ਗਿਆ। ਬੰਦੇ ਨੂੰ ਪੈਸੇ ਦੀ ਚਾਹਤ ਹੁੰਦੀ ਆ, ਉਹ ਵੀ ਵਾਧੂ ਮਿਲ ਗਿਆ। ਬੰਦੇ ਨੂੰ ਵੱਧ ਤੋਂ ਵੱਧ ਸਹੂਲਤਾਂ ਦੀ ਚਾਹਤ ਹੁੰਦੀ ਹੈ, ਸਭ ਕੁਛ ਮਿਲ ਗਿਆ। ਜੋ ਚਾਹੁੰਦਾ ਬੰਦਾ ਵਿਦੇਸ਼ੀ ਧਰਤੀ ਤੇ ਜਾ ਕੇ ਕਮਾਈ ਕਰਕੇ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ, ਪਰ ਇੱਕ ਚੀਜ਼ ਨਹੀਂ ਮਿਲੀ। ਚੇਤਾ ਰੱਖਿਓ, ਬੰਦਾ ਕਹਿ ਰਿਹਾ ਹੈਗਾ, ਕੀ ਕਹਿੰਦਾ? ਸਵਰਗਾਂ ਵਰਗੀ ਜ਼ਿੰਦਗੀ ਜਿਉਣੇ ਆ। ਬੰਦਾ ਕਹਿੰਦਾ ਸਵਰਗਾਂ ਵਰਗੀ,
स्वर्ग च नहीं स्वर्गां वर्गी, पर वो स्वर्ग नहीं हैं जिन्हों वर्गी कहा गा। पर चेता रखियो की नहीं मिलिया उत्थे जाके सानू, उत्थे जाके सानू साहिब श्री गुरु अर्जन देव महाराज की बख्शिश, गुरु रामदास महाराज जी की बख्शिश, श्री हरमंदर साहब दरबार साहब, ये नहीं मिलिया जिहदी गोद विच बैठ के सच्ची मुच्ची असी स्वर्ग का स्वाद प्राप्त करते हैं। आ चीज़ नहीं मिली, बाकी सब कुछ मिल गया। वो की कुछ मिल गया तुसी जानते हो, पर अपनी गल सी भी जिथे आपां बैठे हैं ना, एडू वड्डा स्वर्ग भला किते होऊगा ना। ते जे बंदा टुट गया, मालक नों टुट गया, अपने मूल नालों टुट गया, घर च पै गया कलेश, नशियां च वाधा हो गया, पखंड दे विच आपां फस गए, तो उदू वड्डा नरक कोई नहीं। किसे कवि दियां दो लाइनां ने, कहंदे जिथे आपस विच जोड़ नहीं, समझ गए ना, आपस विच मेल मिलाप नहीं, जोड़ नहीं, मियाँ बीवी दोनों की बनती नहीं, परिवार नाल बनती नहीं, कलेश चलदा गा, आपस विच मेल मिलाप नहीं है, आपस विच जोड़ नहीं, उत्थे होर नरक की लोड़ नहीं। उदू वड्डा नरक कोई नहीं किते। ते अज नरकां दे विच सारी जिंदगी जिउंदे, क्योंकि बनती किहदी है भाई, निगाह मार के वेखो किहदी बनती आपस विच। पर रब दे प्यारे, ये प्यार बाबे नानक तो लैके फिर दुनिया दे विच ना प्यार वंडदे भी आ, ते प्यारी जिंदगी भी जिउंदे आ, निमरता भरी जिंदगी जिउंदे ने। ते जिथे निमरता भरी जिंदगी आ, उत्थे स्वर्ग आ जांदा गा आपे। चलो कहण तो मुराद भी पुजारी दे स्वर्ग नूं मनुख चाहुंदा नहीं, ते पुजारी दे बनाए हुए नरक तो बंदा डरदा नहीं। महेशे जोगी दे चेलियां नूं झाड़ पा के तिलके ने डकरता। वो कहंदा दुबारे जाओ, 2 सालां दा ऑफर कर दो, साल दा वधा दो, ना मन्निया 3 साल दा ऑफर कर दो, पर नहीं, दुबारे आए फिर भी ना गल बनी। आखिरकार मैं छोटी गल करां, आखिरकार जोगी आप आ गया, क्योंकि बंदे नूं फिक्र तां पई जांदी है ना भी जेड़ा बंदा मेरी गल दे असर ही नहीं कीता, वो बंदा किन्ना क बलवान होऊगा भला। मैं तां इन्ना इन्ना पखंड करदा, सारी दुनिया नूं मगर ला लिया, जिमें जिमें लोट आए लोग। कोई माल पूड़े छकण वाला तो उन्होंने उहो जिहा माल पता देता, जे कोई गल्लां च उलझदा उन्होंने उहो जिहा उलझा लिया, जे कोई स्वर्गां दी गल चाहुंदा उन्होंने स्वर्गां दा लालच देता। मैं तां सारी मगर ला लई। आ बंदा कौन आ जिहड़ा मेरे मगरी नहीं आया गा। हुण जोगी नूं बड़ा फिकर खड़ा हो गया भी क्रांति लियाऊ तां ये लियाऊ, ते जिहड़े मगर तुरे फिरदे आ ना, ये तां झंडे चक्कण वाली ने, नारे लाउण वाली ने, तां ये तां जिंदाबाद कहण वाली ने। पर जिहड़ा मुर्दाबाद कहण वाला एक नहीं आया, खतरा उस तो आ, खतरा उसे तो ही है ना। ग्याप जाके उही गल्लां दोहराउंदा गा, आ जा सारी दुनिया मेरे दर्शन करन दे लई आ वड़ी, ते तू नहीं आया, गुरु दा सिखा आ जा। तिलके ने फिर दुबारे झाड़ पाई, कहना नहीं मैनू कोई लोड़ नहीं, दफा हो मेरे दरवाजे तो। उल्टा तिखे वचन बोले भाई तिलका जी ने, क्योंकि रब दे प्यारे बेपरवाह हुंदे ने, इन्हां नूं नहीं मुथाज हुंदी किसे दी। तिखे वचन बोले है ना, ते जोगी लालच दे रहा, पर नहीं, लालचां विच भाई तिलका जी आए नहीं। आखिरकार देखो कहानी कैसी बनी आ। अज जाओ गढ़ शंकर ते उत्थे तुहानूं भाई तिलका जी दा पावन स्थान मिलूगा। वो तां ही बने ने जे उत्थे कुछ कीता। ते हुण भाई तिलका जी नूं जोगी कहंदा चंगा फिर जे मेरे दर्शन नहीं करने, मेरे दर्शन नहीं करने, तू किहो जांगा जिहड़ा एडा वड्डा सिदकी आ, मैनूं आपदे ही मूँह दिखा दे, जानी कि आपदे दर्शन करा दे। ते भाई तिलका जी ने की कहा, ये भी मेरे गुरु का हुक्म आ, दुष्टां नूं मत्थे भी नहीं लाउणा, ये मेरे मालक का हुक्म आ, दुष्टां नूं मत्थे भी नहीं लाउणा। दफा हो, ना दर्शन देने आ ना दर्शन लेने ने। ये सिद्धांत नहीं है इत्थों का।
ਜਦੋਂ ਖਰੀਆਂ ਖਰੀਆਂ ਭਾਈ ਤਿਲਕੇ ਦੀਆਂ, ਗੁਰੂ ਦੇ ਸਿੱਖ ਦੀਆਂ ਮਹੇਸ਼ੇ ਜੋਗੀ ਨੇ ਸੁਣੀਆਂ। ਦੇਖੋ ਇੱਕ ਪਾਸੇ ਉਹ ਆ ਜਿਹੜਾ ਸਾਰੇ ਇਲਾਕੇ ਨੂੰ ਮਗਰ ਲਾਈ ਫਿਰਦਾ, ਇੱਕ ਪਾਸੇ ਉਹ ਆ ਜਿਹੜਾ ਕੱਲਾ ਗੁਰੂ ਦਾ ਸਿੱਖ ਗੁਰੂ ਦੇ ਬਚਨਾਂ ਤੇ ਭਰੋਸਾ ਰੱਖਦਾ ਗਾ। ਦੋਨੇ ਗੱਲਾਂ ਨੂੰ ਤੋਲ ਕੇ ਦੇਖੋ, ਇੱਕ ਪਾਸੇ ਕਿੰਨੇ ਲੋਕ, ਇੱਕ ਪਾਸੇ ਕੱਲਾ ਗੁਰੂ ਦਾ ਸਿੱਖ। ਹੁਣ ਜਿੱਤੂ ਕੌਣ? ਆਪਾਂ ਤਾਂ ਕੱਲਾ ਦਸ਼ਮੇਸ਼ ਪਿਤਾ ਜੀ ਦੇ ਨਾਲ ਮੇਲ ਕੇ ਸ਼ਬਦ ਪੜ੍ਹਦੇ ਆ ਨਾ, ਇਤਿਹਾਸਕ ਬਚਨ 1.25 ਲੱਖ ਸੇ ਏਕ ਲੜਾਊਂ ਤਵੈ ਗੋਬਿੰਦ ਸਿੰਘ ਨਾਮ ਕਹਾਊਂ। ਇਹ ਚਮਕੌਰ ਦੀ ਗੜੀ ਦੇ ਬਚਨ ਨੇ ਕਹਿ ਲਓ, ਪਰ ਇਹੀ ਜੋਤ ਕਦੇ ਪਹਿਲੇ ਰੂਪ ਦੇ ਵਿੱਚ ਸੀ, ਕਦੇ ਪੰਜਵੇਂ ਰੂਪ ਦੇ ਵਿੱਚ ਹੈ। ਜੋਤ ਤਾਂ ਉਹੀ ਹੈ ਨਾ, 10 ਪਾਤਸ਼ਾਹੀਆਂ ਦੀ ਜੋਤ ਇੱਕ ਆ। ਤੇ ਕਦੇ ਪੰਜਵੇਂ ਪਾਤਸ਼ਾਹ ਦੇ ਜੀਵਨ ਵਿੱਚ ਵੀ ਇਹ ਹਾਦਸੇ ਵਾਪਰਦੇ ਨੇ। ਇੱਕ ਪਾਸੇ ਲੱਖਾਂ ਲੋਕ ਤੇ ਇੱਕ ਪਾਸੇ ਵਿਚਾਰ ਕਰਨ ਵਾਲਾ ਗੁਰੂ ਦਾ ਇਕੱਲਾ ਹੀ ਸਿੱਖ। ਇੱਥੇ ਵੀ ਮੁਕਾਬਲਾ ਚੱਲੀ ਜਾਂਦਾ, ਜੰਗ ਇੱਥੇ ਵੀ ਚੱਲਦੀ ਆ। ਉਧਰ ਕਿਰਪਾਨਾਂ ਦੀ, ਗੋਲੀਆਂ ਦੀ, ਬਰਸ਼ਿਆਂ ਦੀ ਜੰਗ ਚੱਲਦੀ ਆ, ਨੇਜਿਆਂ ਦੀ ਚੱਲਦੀ ਆ। ਇੱਧਰ ਵਿਚਾਰਾਂ ਦੀ ਜੰਗ ਚੱਲਦੀ ਆ। ਭੁੱਲ ਨਾ ਕਦੇ ਜਾਇਓ, ਕਦੇ ਨਾ ਕਹੇ ਸੋਚ ਲਿਓ ਵੀ ਇਕੱਲੇ ਜੰਗ ਸ਼ਸਤਰਾਂ ਦੀ ਕਰਨ ਸੰਬੰਧੀ ਹੀ 1.25 ਲੱਖ ਸੇ ਏਕ ਲੜਾਉਂ ਵਾਲੀ ਗੱਲ ਢੁੱਕਦੀ ਆ। ਨਹੀਂ, ਇੱਕ ਪਾਸੇ ਗੁਰੂ ਦਾ ਇਕੱਲਾ ਹੀ ਸਿੱਖ ਹੋਵੇ, ਵਿਚਾਰਧਾਰਾ ਸੁਚੱਜੀ ਹੋਵੇ, ਗੁਰੂ ਦੀ ਹੋਵੇ, ਤੇ ਦੂਜੇ ਪਾਸੇ 2900 ਲਗੌੜ ਸਾਧਾਂ ਦਾ ਟੋਲਾ ਆ ਜੇ, ਲੋਕਾਂ ਦਾ ਟੋਲਾ ਆ ਜੇ। ਗੁਰੂ ਦਾ ਸਿੱਖ ਕਦੇ ਹਰਦਾ ਨਹੀਂ, ਕਿਉਂਕਿ ਬਖਸ਼ਿਸ਼ ਨਾਨਕ ਦੀ ਆ। ਇੱਕ ਪਾਸੇ ਪੰਜਵੇਂ ਪਾਤਸ਼ਾਹ ਦਾ ਸਿੱਖ, ਇੱਕ ਪਾਸੇ ਕਿੰਨੇ ਲੋਕ। ਪਰ ਚੇਤਾ ਰੱਖੋ, ਜਿਹੜਾ ਜੋਗੀ ਕੱਲ੍ਹ ਲੋਕਾਂ ਨੂੰ ਕਹਿੰਦਾ ਸੀ ਮੇਰੇ ਦਰਸ਼ਨ ਕਰੋ ਸਵਰਗ ਮਿਲਣਗੇ, ਅੱਜ ਗੁਰੂ ਦੇ ਸਿੱਖ ਨੂੰ ਕੀ ਕਹਿੰਦਾ? ਕਹਿੰਦਾ ਚੰਗਾ ਦਰਸ਼ਨ ਦੇ ਜਾ। ਸਿੱਖ ਨੇ ਪਾਈ ਝਾੜ, ਬਸ ਬਰਾਗ ਅੰਦਰੋਂ ਪੈਦਾ ਹੋ ਗਿਆ। ਤੂੰ ਕਿੰਨਾ ਸਿਦਕੀ ਆ, ਕਿੰਨੇ ਪਿਆਰ ਵਾਲਾ, ਕਿੰਨੇ ਜੀਵਨ ਵਾਲਾਂਗਾ। ਉਹ ਸਿੱਖਾ, ਤੈਨੂੰ ਤੇਰੇ ਗੁਰੂ ਦਾ ਵਾਸਤਾ, ਮੈਨੂੰ ਦਰਸ਼ਨ ਦੇ ਦੇ। ਮੇਰੇ ਅੰਦਰ ਤੇ ਬਣ ਗਈ, ਭੁੱਖ ਬਣ ਗਈ, ਮੈਨੂੰ ਦਰਸ਼ਨ ਦੇ ਦੇ। ਹੁਣ ਜਦੋਂ ਜੋਗੀ ਨੇ ਗੁਰੂ ਦਾ ਵਾਸਤਾ ਪਾਤਾ ਨਾ, ਫਿਰ ਤਿਲਕੇ ਨੂੰ ਆਉਣਾ ਪਿਆ। ਫਿਰ ਤਿਲਕਾ ਜਦੋਂ ਸਾਹਮਣੇ ਆਇਆ, ਲੋਕਾਂ ਦੀ ਰੀਤ ਮੁਤਾਬਕ ਜੋਗੀ ਦੇ ਪੈਰਾਂ ਵਿੱਚ ਮੱਥਾ ਟੇਕਣਾ ਸੀ, ਲੋਕਾਂ ਮੁਤਾਬਕ ਤਿਲਕੇ ਨੇ। ਪਰ ਤਿਲਕੇ ਦੇ ਪੈਰਾਂ ਵਿੱਚ ਮੱਥਾ ਟੇਕਣ ਵਾਲਾ, ਦੁਨੀਆ ਦੇ ਵਿੱਚ ਆਪਣੇ ਆਪ ਨੂੰ ਵੱਡਾ ਕਹਾਉਣ ਵਾਲਾ ਉਹ ਵਿਅਕਤੀ ਆ ਜਿਹਨੇ ਗੁਰੂ ਦੇ ਸਿੱਖ ਦੇ ਪੈਰ ਪਕੜ ਲਏ। ਕਹਿੰਦਾ ਤੂੰ ਜਿੱਤਿਆ, ਮੈਂ ਹਾਰਿਆ। ਪੈਰ ਪਕੜ ਲਏ। ਚੇਤਾ ਰੱਖਿਓ, ਇਹਨੂੰ ਕਹਿੰਦੇ 1.25 ਲੱਖ ਸੇ ਏਕ ਲੜਾਊਂ। ਸੋ ਗੁਰੂ ਕਿਰਪਾ ਕਰੇ। ਫਿਰ ਵਾਸਤਾ ਕੀ ਪਾਇਆ? ਕਹਿੰਦਾ ਚੱਲ ਅੱਜ ਤੋਂ ਬਾਅਦ ਮੈਂ ਛੱਡਿਆ ਪਖੰਡ, ਤੇ ਮੈਨੂੰ ਉੱਥੇ ਲੈ ਚੱਲ ਜਿੱਥੋਂ ਤੈਨੂੰ ਐਡੀ ਦ੍ਰਿੜਤਾ ਵਾਲੇ, ਸਿਦਕ ਵਾਲੇ, ਭਰੋਸੇ ਵਾਲੇ ਬਚਨ ਮਿਲਦੇ ਨੇ। ਫਿਰ ਭਾਈ ਤਿਲਕਾ ਜੀ ਮਹੇਸ਼ੇ ਜੋਗੀ ਨੂੰ ਨਾ ਸੰਗਤਾਂ ਸਮੇਤ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਲੈ ਕੇ ਆਏ ਸੀ। ਆਹ ਇਕੱਠ ਨੂੰ ਦੇਖ ਦੇਖ ਨਾ ਪ੍ਰਿਥੀ ਚੰਦ ਵਰਗਿਆਂ ਨੂੰ ਤਰੇਲੀਆਂ ਚੜ੍ਹਦੀਆਂ ਸੀ। ਆਹ ਚੀਜ਼ਾਂ ਨੂੰ ਦੇਖ ਕੇ ਨਾ ਜਹਾਂਗੀਰ ਵਰਗਿਆਂ ਦੇ ਬੰਬੂਲੇ ਉੱਠਦੇ ਸੀ, ਢਿੱਡ ਪੀੜ ਪੈਂਦੀ ਸੀ ਆਹ ਕੁਝ ਦੇਖ ਕੇ। ਤੇ ਅੱਜ ਵੀ ਇੱਦਾਂ ਦੀ ਸੱਚਾਈ ਆ। ਜੋ ਸੱਚ ਦੇ ਮਾਰਗ 'ਤੇ ਚੱਲਦੇ ਨੇ ਉਹ ਭਾਈ ਤਿਲਕੇ ਵਾਂਗੂ ਖੁਸ਼ੀਆਂ ਖੱਟਦੇ ਨੇ, ਤੇ ਜਿਨ੍ਹਾਂ ਨੇ ਝੂਠ ਦਾ ਪੱਲਾ ਪਕੜਿਆ ਉਹਨਾਂ ਨੂੰ ਭਾਵੇਂ ਚੌਲਾਂ ਦਾ ਕੜਾਹਾ ਕੱਢ ਕੇ ਲੈ ਜਾਓ ਕਿਤੇ, ਆ ਜਾਓ ਭਾਈ ਫਲਾਨੇ ਥਾਂ ਉੱਥੇ ਮਿੱਠੇ ਚੌਲ ਬਣਾਏ ਨੇ, ਚੱਕੇ ਡੋਲੂ ਚੱਲ ਪਏ। ਤਿਲਕੇ ਨੇ ਕਹਿਤਾ ਸਵਰਗ ਦੇਵਾਂਗੇ ਅਸੀਂ ਚੌਲਾਂ ਦੀ ਮੁੱਠੀ ਦੇ ਵਰਗੇ। ਆਪਾਂ ਬਹੁਤ ਵਾਰੀ ਗੱਲਾਂ ਰਿਪੀਟ ਕਰਦੇ ਹਾਂ। ਉਹ ਸਿਦਕ ਬਣਾਓ ਯਾਰ, ਆਪਣੀ ਰਸੋਈ ਆ, ਜਿਹੋ ਜਿਹੇ ਮਰਜ਼ੀ ਪਕਵਾਨ ਬਣਾ ਕੇ ਖਾਓ। ਜ਼ਰੂਰੀ ਆ ਵੀ ਸਾਨੂੰ ਗੁਰੂ ਨੇ ਇੱਦਾਂ ਦਾ ਜੀਵਨ ਦਿੱਤਾ ਵੀ ਜਿੱਥੇ ਤੈਨੂੰ ਆਵਾਜ਼ ਮਾਰ ਲਈ ਉੱਥੇ ਜਾ ਕੇ ਡੋਲੂ ਵਗ ਜਾ। ਮਾੜਾ ਮੋਟਾ ਸਾਡੇ ਅੰਦਰ ਸਿਦਕ, ਇਰਾਦਾ ਮਜ਼ਬੂਤ, ਗੁਰੂ ਤੇ ਭਰੋਸਾ, ਗੁਰੂ ਤੇ ਯਕੀਨ ਹੋਣਾ ਚਾਹੀਦਾ। ਫਿਰ ਅਸੀਂ ਗੁਰੂ ਦੇ ਸਿੱਖ ਕਹਾ ਸਕਦੇ ਹਾਂ। ਇੱਦਾਂ ਨਹੀਂ ਕੱਚੇਪਣ ਵਿੱਚ ਜੁੜ ਕੇ। ਮਾੜਾ ਜਿਹਾ ਕਿਸੇ ਨੇ ਲਾਲਚ ਦਿੱਤਾ, ਚਲੋ ਜੀ ਉੱਧਰ ਨੂੰ, ਬਾਬਾ ਤਾਂ ਬਚਨ ਹੀ ਬੜੇ ਵਧੀਆ ਕਰਦਾ। ਕਸੂਰ ਸਾਡਾ ਵੀ ਨਹੀਂ ਗਾ, ਕਿਉਂਕਿ ਜਿੱਥੇ ਆ ਦੀਵਾਨ ਲੱਗਦੇ ਆ ਨਾ, ਆਪਾਂ ਦੇਖਦੇ ਹਾਂ ਪੋਸਟਰ ਲੱਗੇ ਪਏ ਹੁੰਦੇ ਨੇਗੇ, ਫਲਾਨੇ ਬਾਬੇ ਦੇ ਫਲਾਨੇ ਥਾਂ ਦੀਵਾਨ, ਨਾਲ ਨਾ ਬਰੈਕਟ ਪਾ ਕੇ ਗੱਲ ਨੋਟ ਕੀਤੀ ਪਈ ਹੁੰਦੀ ਆ, ਕਹਿੰਦੇ ਘੰਟਾ ਬਾਬਾ ਜੀ ਬਚਨ ਕਰਨਗੇ ਸੰਗਤ ਨੂੰ। ਲੈ, ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ, ਬਾਬਾ ਕਮਰੇ 'ਚ ਬਚਨ ਕਰੂਗਾ। ਇਸ ਇੱਥੋਂ ਸਿੱਧ ਕੀ ਹੁੰਦਾ ਵੀ ਸਾਡੇ ਲੋਕਾਂ ਦੇ ਦਿਮਾਗ ਦਾ ਦਿਵਾਲਾ ਨਿਕਲ ਗਿਆ। ਜਿਹਨੂੰ ਗੁਰੂ ਦੇ ਬਚਨਾਂ 'ਤੇ ਭਰੋਸਾ ਨਹੀਂ, ਬਾਬੇ ਦੇ ਬਚਨਾਂ 'ਤੇ ਯਕੀਨ ਵੱਧਦਾ।
ਬਾਬੇ ਦੇ ਬਚਨਾਂ 'ਚ ਯਕੀਨ ਵੱਧਦਾ ਨਾ, ਗੁਰੂ ਕਿਰਪਾ ਕਰੇ ਅਸੀਂ ਵਾਪਸ ਮੁੜ ਗਏ, ਭਾਈ ਤਿਲਕੇ ਵਰਗਾ ਜੀਵਨ ਬਣਾਈਏ, ਤਾਂ ਅਸੀਂ ਆਪਣੇ ਜੀਵਨ ਦੇ ਵਿੱਚ ਸਿਦਕ ਪੈਦਾ ਕਰ ਸਕਦੇ ਹਾਂ, ਪਿਆਰ ਪੈਦਾ ਕਰ ਸਕਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਾਂ ਜੀਵਨ ਪੜ੍ਹ ਰਹੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਆਪ ਜੀ ਨੂੰ ਪਤਾ, ਆਖਰਕਾਰ ਇੱਕ ਨਹੀਂ ਅਨੇਕਾਂ ਦੁਨੀਆ ਦੇ ਵਿੱਚ ਭਲੇ ਦੇ ਕਾਰਜ ਕਰਕੇ 43 ਕੁ ਸਾਲ ਦੀ ਮੇਰੇ ਪਾਤਸ਼ਾਹ ਦੀ ਉਮਰ ਆ, ਕੁਛ ਵੀ ਨਹੀਂ। 43 ਸਾਲ ਦੀ ਉਮਰ ਦਾ ਅੰਦਾਜ਼ਾ ਲਾਓ ਕਿੰਨੀ ਕਾ, ਕੁਛ ਵੀ ਨਹੀਂ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਟੋਟਲ ਉਮਰ 42.5 ਸਾਲ ਦੀ, ਕੁਛ ਵੀ ਨਹੀਂ। ਕਮਾਲ ਆ, ਇੰਨੀ ਛੋਟੀ ਉਮਰ ਦੇ ਵਿੱਚ ਕੰਮ ਉਹ ਹੋ ਗਏ ਜਿਹੜੇ ਲੋਕ ਸਾਡੇ ਕਹਿੰਦੇ ਨਾ, ਰੱਬਾ ਮੈਂ ਤਾਂ ਚੰਗੇ ਕੰਮ, ਭਲੇ ਦੇ ਕੰਮ ਵੱਧ ਕਰ ਸਕਦਾ, ਮੈਨੂੰ ਘੱਟੋ ਘੱਟ ਉਮਰ ਨਾ ਲਗਭਗ 100 ਸਾਲ ਦੀ ਦੇ, ਫਿਰ ਕਿਤੇ ਜਾ ਕੇ ਗੱਲ ਬਣੂਗੀ। ਪਰ ਸਦਕੇ ਜਾਈਏ ਪਾਤਸ਼ਾਹ, ਤੁਹਾਡੀ ਤਾਂ ਉਮਰ ਹੀ ਬੜੀ ਛੋਟੀ ਹੈ। ਜੇ ਅਸੀਂ ਦੁਨੀਆ ਦੇ ਮੁਤਾਬਕ ਵੇਖ ਗਏ, ਕੁਛ ਵੀ ਨਹੀਂ ਹੈ। ਸਾਡੀ ਦੁਨੀਆ ਦੇ ਵਿੱਚ 40 42 45 ਸਾਲ ਤੱਕ ਬੰਦਾ ਜਵਾਨ ਹੀ ਮੰਨਦਾ ਆਪਣੇ ਆਪ ਨੂੰ, ਵੀ ਜਵਾਨੀ ਹਾਂ ਵੀ ਕੋਈ ਸ਼ੱਕ ਨਹੀਂ, ਸਰੀਰ ਤਕੜਾ ਨਰੋਆ ਗਾ, ਠੀਕ ਆ। ਪਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦੇ ਕਾਰਨ, ਸ਼ਹਾਦਤ ਦਾ ਉਹ ਸਮਾਂ ਆ ਗਿਆ ਜਿਸ ਟਾਈਮ ਨੂੰ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਾ, ਜਿਨ ਕੀ ਚੀਰੀ ਦਰਗਾ ਪਾਟੀ ਤਿੰਨਾ ਮਰਨਾ ਭਾਈ, ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਜੇ ਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ। ਇੱਕ ਨਹੀਂ ਅਨੇਕਾਂ ਹੀ ਪ੍ਰਮਾਣ ਇੱਦਾਂ ਦੇ ਆਪਾਂ ਨੂੰ ਮਿਲ ਜਾਂਦੇ ਆ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਇੱਕ ਤਾਂ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ, ਸਭ ਤੋਂ ਵੱਡਾ ਕਾਰਨ, ਇੱਕ ਤਾਂ ਮੰਨਿਆ ਜਾਂਦਾ ਨਾ, ਆਪਾਂ ਆਮ ਹੀ ਰਾਗੀ ਢਾਡੀ ਪ੍ਰਚਾਰਕਾਂ ਪਾਸੋਂ ਸੁਣਦੇ ਹਾਂ ਜੀ, ਚੰਦੂ ਦੀ ਕੁੜੀ ਦਾ ਰਿਸ਼ਤਾ 6ਵੇਂ ਪਾਤਸ਼ਾਹ ਨੂੰ ਹੋ ਗਿਆ ਸੀ ਜਾਂ ਹੋਣਾ ਸੀ, ਉਹਨਾਂ ਦੀ ਵਿਚਾਰ ਸੀ ਵੀ ਅਸੀਂ ਕਰਨਾ ਗਾ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਵਾਬ ਦੇ ਦਿੱਤਾ ਸੀ, ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਰਿਸ਼ਤਾ ਕਰਨ ਵੇਲੇ ਵੀ ਸੰਗਤ ਦੀ ਗੱਲ ਸਿੱਟੀ, ਜਿਵੇਂ ਸੰਗਤ ਜੀ ਤੁਹਾਨੂੰ ਚੰਗਾ ਲੱਗਦਾ। ਤੇ ਜਦੋਂ ਗੁਰੂ ਪਾਤਸ਼ਾਹ ਜੀ ਦੇ ਸੰਬੰਧੀ ਉਲਟ ਵਚਨ ਸੁਣੇ ਨਾ ਸੰਗਤਾਂ ਨੇ ਲਾਹੌਰ ਦੇ ਵਿੱਚ, ਵੀ ਇੱਕ ਚੰਦੂ ਮਾਮੂਲੀ ਜਿਹਾ ਕਰਮਚਾਰੀ ਆ, ਮਾਮੂਲੀ ਜਿਹਾ ਨਾ ਕਰਮਚਾਰੀ, ਸਰਕਾਰੀ ਅਫਸਰ ਹੈਗਾ। ਤੇ ਜਦੋਂ ਉਹਨੂੰ ਪਤਾ ਲੱਗਿਆ ਮੇਰੀ ਧੀ ਦਾ ਰਿਸ਼ਤਾ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਪੱਕਾ ਕਰਿਆ ਏ, ਤਾਂ ਉਹਨਾਂ ਨੇ ਕੀ ਕਿਹਾ ਸੀ, ਚੁਬਾਰੇ ਦੀ ਇੱਟ ਮੋਹਰੀ ਨੂੰ ਲਾਤੀ। ਜਾਨੀ ਕਿ ਚੰਦੂ ਨੇ ਨਾ ਗੁਰੂ ਘਰ ਨੂੰ ਮੋਰੀ ਕਿਹਾ ਤੇ ਆਪਣੇ ਆਪ ਨੂੰ ਚੁਬਾਰਾ ਕਿਹਾ। ਇਹ ਸੰਗਤ ਨੂੰ ਪਤਾ ਲੱਗ ਗਿਆ ਸੀਗਾ ਤੇ ਸੰਗਤ ਨੇ ਸੁਨੇਹਾ ਗੁਰੂ ਸਾਹਿਬ ਤੱਕ ਪਹੁੰਚਾ ਦਿੱਤਾ ਸੀਗਾ। ਚਲੋ, ਕਹਿਣ ਤੋਂ ਭਾਵ ਇਹ ਤਾਂ ਗੱਲ ਕੁਛ ਵੀ ਨਹੀਂ ਹੈ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਮੁੱਕਰ ਗਏ। ਚਲੋ, ਇੱਕ ਕਾਰਨਾਂ ਵਿੱਚੋਂ ਕਾਰਨ ਹੈ, ਪਰ ਵੱਡਾ ਕਾਰਨ ਨਹੀਂ। ਸੰਗਤ ਨੇ ਰਿਸ਼ਤੇ ਬਾਰੇ ਗੱਲ ਕੀਤੀ ਹੈ, ਸੰਗਤ ਨੇ ਆ ਕੇ ਕਿਹਾ ਗੁਰੂ ਪਾਤਸ਼ਾਹ ਨੂੰ, ਪਾਤਸ਼ਾਹ ਇਹ ਰਿਸ਼ਤਾ ਨਹੀਂ ਹੋਣਾ ਚਾਹੀਦਾ, ਉਹ ਹੰਕਾਰੀ ਲੋਕ ਨੇ, ਹੰਕਾਰੀਆਂ ਦੇ ਘਰ ਆਪਾਂ ਇੱਦਾਂ ਦਾ ਪਿਆਰ ਨਹੀਂ ਪੈਦਾ ਕਰਨਾ, ਵਾਹਿਗੁਰੂ ਭਲਾ ਕਰੇ, ਰਿਸ਼ਤਾ ਕਬੂਲ ਨਹੀਂ ਹੈ। ਗੁਰੂ ਸਾਹਿਬ ਨੇ ਸੰਗਤ ਦੀ ਗੱਲ ਸੁੱਟੀ, ਠੀਕ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ। ਸਭ ਤੋਂ ਵੱਡਾ ਕਾਰਨ ਕੀ ਆ, ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਆਪਾਂ ਕੱਲ੍ਹ ਵਿਚਾਰਧਾਰਾ ਸੁਣੀ ਆ, ਸਥਾਪਨਾ, ਵੀ ਇੱਕ ਬਹੁਤ ਵੱਡਾ ਗ੍ਰੰਥ ਛਪਿਆ ਜਿਹਦੇ ਵਿੱਚ ਇਸਲਾਮ ਦੇ ਵਿਰੋਧ ਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ। ਹਰਿਮੰਦਰ ਸਾਹਿਬ ਉਸਾਰੀ ਕੀਤੀ ਹੈ ਨਾ, ਤੇ ਉੱਥੇ ਸਾਰੀ ਦੁਨੀਆ ਇਕੱਤਰ ਹੁੰਦੀ ਆ, ਕੋਈ ਮੁਸਲਮ, ਕੋਈ ਸਿੱਖ, ਜੈਨੀ, ਬੋਧੀ ਜੋ ਵੀ ਹਨ, ਤੇ ਉੱਥੇ ਵੀ ਇਹ ਵਿਤਕਰਾ ਕਰ ਰਹੇ ਨੇਗੇ। ਮਤਲਬ ਸਾਰਿਆਂ ਨੂੰ ਇਕੱਠੇ ਹੀ ਕਰਤਾ ਇਹਨਾਂ ਨੇ, ਗੜੀਆਂ ਬੜੀਆਂ ਹੀ ਗੰਦੀਆਂ ਚਾਲਾਂ ਚਲਾਈਆਂ ਨੇਗੀਆਂ। ਤੇ ਲੋਕ ਤਾਂ ਅੱਡੋ ਅੱਡ ਨਾ ਦੁਨੀਆ ਦੇ ਵਿੱਚ, ਅੱਜ ਵੀ ਜਾਤਾਂ ਪਾਤਾਂ ਦੇ ਆਧਾਰ 'ਤੇ ਸਭ ਕੁਝ ਚੱਲਦਾ, ਉਹਨਾਂ ਟਾਈਮਾਂ 'ਚ ਤਾਂ ਵਾਧੂ ਸੀਗਾ। ਤੇ ਇੱਥੇ ਸਾਰੇ ਇਕੱਠੇ ਹੋਣੇ ਨਹੀਂ ਚਾਹੀਦੇ, ਗਲਤ ਗੱਲਾਂ ਨੇਗੀਆਂ, ਇਹਨਾਂ ਨੇ ਸਾਰੇ ਇੱਕ ਕਰਤੇ। ਬਾਕੀ ਜਹਾਂਗੀਰ ਲਾਈ ਲੱਗ ਸੀ, ਅਜਾਸੀ ਸੀ, ਉਹ ਆਪਾਂ ਸਾਰਾ ਸੁਣਿਆ ਗਾ, ਉਹ ਵੀ ਕਾਰਨ ਹੈਗਾ। ਖੁਸਰੋ ਦੀ ਬਗਾਵਤ, ਉਹ ਵੀ ਕਾਰਨ ਬਣ ਗਿਆ। ਜਾਣੀ ਕਿ ਇਹ ਇੰਨੇ ਕਾਰਨ ਬਣ ਗਏ। ਜਹਾਂਗੀਰ ਦਾ ਲਾਈ ਲੱਗ ਪੁਣਾ, ਜਿਹੜੇ ਕੱਟੜ ਇਸਲਾਮੀ ਸੀ,
ਉਹਨਾਂ ਨੇ ਗੱਲਾਂ ਫਲਾਈਆਂ ਜੀ, ਇਹਨਾਂ ਨੇ ਤਾਂ ਇਸਲਾਮ ਦੇ ਵਿਰੋਧ ਵਿੱਚ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ, ਸਾਡਾ ਤੋਰੀ ਫੁਲਕੇ ਬੰਦ ਹੋ ਗਿਆ। ਭਾਈ ਲੰਗਾਹ ਵਰਗੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਮੁੱਖ ਸਿੱਖਾਂ ਦੇ ਵਿੱਚੋਂ ਸਿੱਖ ਸਨ। ਇਹ ਪਹਿਲਾਂ ਭਾਵ ਕਬਰਾਂ ਦੇ ਪੁਜਾਰੀ ਸੀ, ਬਿਨਾਂ ਝਿਜਕ ਤੋਂ ਕਬਰਾਂ ਦਾ ਫਾਹਾ ਵੱਢ ਕੇ ਗੁਰੂ ਦੇ ਸਿੱਖ ਬਣ ਗਏ। ਲੰਗਾਹ 5 ਪੈਰਾਂ ਚੋਂ ਸੀਗਾ। ਭਾਈ ਲੰਗਾਹ ਗੁਰੂ ਪਾਤਸ਼ਾਹ ਦੇ 5 ਨੇੜਲੇ ਸਿੱਖਾਂ ਦੇ ਵਿੱਚੋਂ ਸੀ। ਇਹਨਾਂ ਦੇ ਢਿੱਡ ਪੀੜ ਪੈਂਦੀ ਸੀ ਵੀ ਇਹ ਇੱਧਰ ਲੋਕ ਹੀ ਵਾਲੇ ਵਾਗੇ। ਹੁਣ ਆਪਾਂ ਸੁਣੀਏ ਗੱਲ ਵੀ ਭਾਈ ਤਿਲਕੇ ਵਰਗੇ ਇੰਨੇ ਵਧੀਆ ਸਿੱਖ ਜਿਨ੍ਹਾਂ ਨੇ ਹਮੇਸ਼ਾ ਜੋਗੀ ਵਰਗਿਆਂ ਨੂੰ ਵੀ ਖਿੱਚ ਲਿਆ। ਕਹਿੰਦੇ ਕਹਾਉਂਦੇ ਜੋਗੀ ਵੀ ਗੁਰੂ ਦੀ ਸ਼ਰਨ 'ਚ ਆ ਗਏ, ਮੰਝ ਵਰਗੇ ਬਹਿਲੋ ਕਿੰਨੀ ਆ ਗਏ, ਮਤਲਬ ਗੱਲ ਖਤਮ ਕਰ ਗਏ ਆਪਾਂ। ਇਹ ਸਾਰੀਆਂ ਇਹਨਾਂ ਦੇ ਢਿੱਡ ਪੀੜਾਂ ਪੈਂਦੀਆਂ ਸੀਗੀਆਂ ਵੀ ਗੱਲ ਗਲਤ ਆ, ਐਸਾ ਕੀ ਖਵਾਉਂਦੇ ਨੇ, ਸਾਰੀ ਇੱਧਰ ਨੂੰ ਜਾਈ ਜਾਂਦੇ ਨੇ। ਕੱਟੜ ਮੁਸਲਮਾਨ, ਉਹਨਾਂ ਦੀ ਗੰਦੀ ਭਾਵਨਾ, ਇਹ ਵੀ ਇੱਕ ਵਿਰੋਧ ਆ ਵਾਹਿਗੁਰੂ ਕਾਰਨ ਬਣ ਗਿਆ। ਖੁਸਰੋ ਦੀ ਬਗਾਵਤ ਉਹ ਵੀ ਕਾਰਨ ਬਣ ਗਿਆ। ਜਦੋਂ ਆਪਾਂ ਜੀ ਨੂੰ ਪਤਾ ਨਾ ਵੀ ਅਮੀਰ ਖੁਸਰੋ ਇਹ ਅਕਬਰ ਦਾ ਪੋਤਾ ਸੀ ਤੇ ਅਕਬਰ ਚਾਹੁੰਦਾ ਸੀ ਮੈਂ ਆਪਣੇ ਪੋਤੇ ਨੂੰ ਗੱਦੀ ਦੇਵਾਂ, ਤਖਤ ਤੇ ਇਹਨੂੰ ਬਹਾਵਾਂ, ਪਰ ਅਕਬਰ ਇਹ ਸੋਚਦਾ ਰਿਹਾ ਪਰ ਬਹਾ ਨਹੀਂ ਸਕਿਆ। ਤੇ ਜਹਾਂਗੀਰ ਕਮਲਾ ਸੀਗਾ, ਸਿੱਧਰਾ ਕਹਿ ਲਓ, ਕੋਈ ਕਹਿ ਲਓ, ਜਾਸੀ ਕਹਿ ਲਓ, ਨਸ਼ਈ ਕਹਿ ਲਓ, ਇਹਨੇ ਧੱਕੇ ਦੇ ਨਾਲ ਮਤਲਬ ਕਿ ਗੱਦੀ ਪ੍ਰਾਪਤ ਕੀਤੀ ਸੀ। ਖੁਸਰੋ ਸਿਆਣਾ ਸੀ, ਆਪਦੇ ਦਾਦੇ ਵਰਗਾ ਸੀ, ਤੇ ਇਹਨੇ ਵਾਹਿਗੁਰੂ ਜਹਾਂਗੀਰ ਨੇ ਨਾ ਖੁਸਰੋ ਨੂੰ ਆਗਰੇ ਕੈਦ ਕਰਤਾ ਸੀ, ਬੰਦ ਕਰਤਾ ਸੀ ਜੇਲ੍ਹ 'ਚ ਬੰਦ ਕਰਤਾ। ਜਦੋਂ ਇਹਨੂੰ ਕੱਢਣਾ ਨਹੀਂ ਜੇਲ੍ਹ 'ਚੋਂ ਬੰਦ, ਵਿੱਚ ਹੀ ਮਰ ਜਾਊਗਾ। ਜਿਹੜਾ ਬੰਦਾ ਰਾਜਨੀਤਿਕ ਸਰੋਤਾਂ ਤੇ ਜ਼ਿੰਦਗੀ ਜਿਉਂਦਾ ਗਾ ਵੀ ਮੈਂ ਰਾਜਨੀਤੀ ਦੇ ਵਿੱਚ ਨਿਪੁੰਨ ਰਹਾਂ, ਤੇ ਚੇਤਾ ਰੱਖੋ ਵਾਹਿਗੁਰੂ ਨੇ ਇਵੇਂ ਨਹੀਂ ਸਾਨੂੰ ਕਿਹਾ ਕਿ ਰਾਜਨੀਤਿਕਾਂ ਤੇ ਇਤਬਾਰ ਨਾ ਕਰਿਓ। ਇਹ ਰਾਜਨੀਤਿਕ ਉਹ ਗੰਦੇ ਲੋਕ ਹੁੰਦੇ ਨੇ, ਗੰਦੀ ਸੋਚ ਵਾਲੇ ਹੁੰਦੇ ਨੇ, ਜੇ ਆਪਦੇ ਪੁੱਤ ਨੂੰ ਮਾਰਨਾ ਪੈ ਜੇ ਨਾ ਪੁੱਤ ਨੂੰ ਵੀ ਮਰਵਾਉਂਦੇ ਨੇ। ਇਹ ਆਪਦੇ ਪੁੱਤ ਨੂੰ ਵੀ ਮਰਵਾਉਂਦੇ। ਦੇਖ ਲਓ ਪੁੱਤ ਸਭ ਨੂੰ ਪਿਆਰੇ ਹੁੰਦੇ ਨੇਗੇ, ਤੇ ਜਹਾਂਗੀਰ ਨੇ ਗੱਦੀ ਕਰਕੇ ਆਪਦੇ ਪੁੱਤ ਨੂੰ ਜੇਲ੍ਹ 'ਚ ਡੱਕਤਾ, ਤੇ ਔਰੰਗਜ਼ੇਬ ਨੇ ਪਿਓ ਨੂੰ ਜੇਲ੍ਹ 'ਚ ਬਹਾਤਾ ਸੀਗਾ। ਰਾਜਨੀਤੀ ਮੇਰੀ ਕੁਰਸੀ ਚੱਲੇ, ਹੋਰ ਜੋ ਮਰਜ਼ੀ ਹੋਈ ਜਾਵੇ, ਇੰਨੀ ਗੰਦੀ ਘਟੀਆ ਸੋਚ ਹੁੰਦੀ ਆ ਕੁਰਸੀ ਤੇ ਬੈਠਣ ਵਾਲਿਆਂ ਦੀ। ਇਹਨੇ ਆਪਣੇ ਪੁੱਤ ਨੂੰ ਜੇਲ੍ਹ 'ਚ ਬੰਦ ਕਰਤਾ ਸੀ। ਇੱਕ ਦਿਨ ਧੰਨ ਗੁਰੂ ਵਾਹਿਗੁਰੂ ਖੁਸਰੋ ਕਹਿੰਦਾ ਵੀ ਮੈਂ ਨਾ ਆਪਣੇ ਦਾਦੇ ਦੇ ਮਕਬਰੇ ਤੇ ਕਬਰ ਤੇ ਫੁੱਲ ਚੜਾਉਣੇ ਨੇ, ਮੈਨੂੰ ਛੁੱਟੀ ਦਿੱਤੀ ਜਾਵੇ। ਮੈਂ ਫੁੱਲ ਚੜਾਉਣ ਤੋਂ ਬਾਅਦ ਨਾ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਜੂੰ, ਕੈਦ 'ਚ ਹੀ ਵਾਪਸ ਆ ਜਾਊਂਗਾ, ਤੇ ਮੈਨੂੰ ਤੋਰਿਆ ਜਾਵੇ, ਇਜਾਜ਼ਤ ਦਿੱਤੀ ਜਾਵੇ। ਜਹਾਂਗੀਰ ਨੇ ਕਹਿਤਾ ਵੀ ਚਲੋ ਕੋਈ ਨਾ, ਇੱਕ ਪਾਸੇ ਪੁੱਤ ਆ ਨਾ ਤੇ ਇੱਕ ਪਾਸੇ ਪਿਓ ਦੀ ਕਬਰ ਤੇ ਜਾਣਾ। ਕਹਿੰਦਾ ਚਲੋ ਕੋਈ ਨਾ, ਛੱਡ ਦੋ, ਚਲੋ ਕੋਈ ਨਾ, ਲਾ ਦੋ ਰੱਸਾ, ਕੁਛ ਟਾਈਮ ਲਈ ਛੱਡ ਦੋ। ਜਦੋਂ ਆਗਰੇ ਤੋਂ ਖੁਸਰੋ ਨੂੰ ਬਾਹਰ ਕੱਢਤਾ, ਉਹਨੇ ਮਕਬਰੇ ਤਾਂ ਕਿਹੜਾ ਜਾਣਾ ਸੀਗਾ, ਤੇ ਖੁਸਰੋ ਬਗਾਵਤ ਕਰ ਗਿਆ। ਆਪਣੇ ਪਿਓ ਦੇ ਸੰਬੰਧੀ ਲੋਕਾਂ ਨੂੰ ਜਗਾਉਣਾ ਸ਼ੁਰੂ ਕਰਤਾ ਵੀ ਬਹੁਤ ਗੰਦਾ ਗਾ, ਆਪਾਂ ਇਹਦੇ ਵਿਰੋਧ ਦੇ ਵਿੱਚ ਨਾ ਖੜੇ ਹੋਵੋ, ਤੇ ਲੋਕ ਜਾਗਣ ਵੀ ਲੱਗ ਗਏ। ਜਿਨ੍ਹਾਂ ਨਾਲ ਮਿਲਾਪ ਕੀਤਾ ਖੁਸਰੋ ਨੇ, ਇਹਨਾਂ ਨੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਵੀ ਦਿੱਤੀਆਂ, ਉਹਨਾਂ ਲੋਕਾਂ ਨੂੰ। ਤੇ ਮੁਰਤਜ਼ਾ ਖਾਨ ਦੀ ਜਹਾਂਗੀਰ ਨੇ ਡਿਊਟੀ ਲਾਤੀ, ਮੇਰੇ ਪੁੱਤ ਨੂੰ ਮਾਰ ਦੇ, ਜਿਵੇਂ ਮਰਜ਼ੀ ਮਾਰ ਦੇ। ਉਹਦੀ ਡਿਊਟੀ ਲਾਤੀ, ਮੇਰੇ ਪੁੱਤ ਨੂੰ ਮਾਰ ਦੇ, ਮੰਗਰ ਪੈ ਜਾ ਇਹਦੇ। ਮੁਰਤਜ਼ਾ ਖਾਂ ਮੰਗਰ ਹੈਗਾ, ਤੇ ਲਾਹੌਰ ਨੂੰ ਖੁਸਰੋ ਜਾ ਰਿਹਾ ਗਾ। ਜਾਂਦਿਆਂ ਗੋਬਿੰਦਵਾਲ ਸਾਹਿਬ, ਕਿਉਂਕਿ ਦਾਦੇ ਵਰਗਾ ਸੁਭਾਅ, ਆਪਾਂ ਹੁਣੀ ਗੱਲ ਕੀਤੀ ਨਾ, ਜਾਂਦਿਆਂ ਦਾਦੇ ਵਰਗਾ ਸੁਭਾਅ ਸੀ। ਕਹਿੰਦਾ ਚਲੋ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਵੀ ਆਪਾਂ ਨਮਸਕਾਰ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਕਰ ਹੀ ਚੱਲ ਗਏ। ਅੰਦਰ ਪਿਆਰ ਬਣਿਆ, ਉੱਥੇ ਠਹਿਰ ਗਿਆ, ਭੋਜਨ ਪਾਣੀ ਵੀ ਛਕ ਗਿਆ ਤੇ ਮੱਥਾ ਵੀ ਟੇਕ ਗਿਆ। ਤੇ ਹੁਣ ਕੁਦਰਤੀ ਗੁਰਦੁਆਰਾ ਸਾਹਿਬ ਦਾ ਇੱਕ ਸੁਭਾਅ ਹੁੰਦਾ, ਜਿਹੜਾ ਕੋਈ ਰਾਹੀ ਜਾਂਦਾ ਨਾ, ਉਹਦੇ ਆਉਣ ਦੇ ਸੰਬੰਧੀ ਇੱਥੇ ਭੋਜਨ ਵੀ ਮਿਲ ਜਾਂਦਾ, ਰਿਹਾਇਸ਼ ਵੀ ਮਿਲ ਜਾਂਦੀ ਆ। ਆਰਾਮ ਕਰਨਾ ਕਰ ਲਾ ਭਾਈ, ਕੋਈ ਨਾ, ਰਾਤ ਕੱਟਣੀ ਆ ਕੱਟ ਲਾ, ਕੋਈ ਨਾ, ਟਿਕਣਾ ਇੱਥੇ ਟਿਕ ਜਾ ਅੱਧਾ ਘੰਟਾ, ਸੁਣਨਾ ਕੁਛ ਦਰਬਾਰ ਸਾਹਿਬ 'ਚ ਵਗ ਜਾ। ਜਾਣੀ ਕਿ ਕਾਨੂੰਨ ਆ ਬਾਬੇ ਨਾਨਕ ਦਾ, ਤੈਨੂੰ ਸਭ ਕੁਛ ਹੀ ਮਿਲੂ, ਇੱਥੇ ਆ ਜਾ। ਉਹ ਜਾਂਦਾ ਆਰਾਮ ਵੀ ਕਰ ਗਿਆ, 2 ਮਿੰਟ 2 ਘੜੀਆਂ 2 ਪਲ, ਭੋਜਨ ਪਾਣੀ ਵੀ ਛਕਿਆ। ਭੋਜਨ ਪਾਣੀ ਹੋਰ ਤਾਂ ਕਿਤੋਂ ਨਹੀਂ ਨਾ ਮਿਲਦਾ ਗਾ, ਬਾਬੇ ਨਾਨਕ ਦੇ ਘਰੋਂ ਮਿਲ ਗਿਆ।
भोजन पानी भी छक गया, नाल उहदे कुछ काफला गा, ते गुरु पातशाह नूं नमस्कार भी करिया ते अगे चाले पाते। हुण इत्थे मुरतजा खां दे कंन भरे गए। हुण मौका तेरे कोले, ये भी कारण बन गया। हुण मौका गा गुरु अर्जन साहब महाराज ते झूठा दूषण ला दे, झूठा दूषण ला दे भी इत्थों तां हथियार लेके गया गा खुसरो। झूठी गल ही फैलाउणी आ। ये तो गुरु अर्जन साहब महाराज ने ना पनाह दिती आ भी असी तेरे नाल आ, जहांगीर नूं मारन दे विच तू बागी हो जा दे प्यो तो। ये पर गल कोई नहीं है। वो तो एक गुरु घर दे निजम मुताबक रोटी पानी छक गया, नमस्कार कर गया ते चला गया। एक गुरु पातशाह जी की शहीदी का कारण ये भी बन गया। चलो कहन तो भाव ये इन्ने क धन गुरु अर्जन साहब महाराज जी के शहादत के कारण बने। ते गुरु अर्जन साहब महाराज जी नूं 25 मई नूं गिरफ्तार किया गया। गुरु अर्जन साहब महाराज जी नूं 25 मई नूं गिरफ्तार किया गया 1606 दे विच। जदों सतगुरां नूं गिरफ्तार किया गया, कुछ नाल भाई पैड़े वर्गे लंगाह वर्गे गुरु दे सिख भी ने, ते सतगुरु गुरु अर्जन साहब महाराज जी नूं पहलां लालच, डरावे, धमकियां, ये सारा कुछ किया, जानी कि कह लो पुछगिछ की, पुछगिछ की है ना। तो गुरु साहब नूं आखिर 26 ते 27 मई नूं इतिहासकार लिखते ने कुछ नॉर्मल आम तसीहे दिते, ते फिर 27 नूं ना 27-28 नूं ते धन गुरु अर्जन साहब महाराज जी दे वास्ते एक देगा पानी का उबालिया गया, ते उबलदे पानी विच गुरु अर्जन साहब महाराज जी नूं बिठाया गया। पर ये फोटो नहीं सानू मिलती गी। वैसे फोटोवां ते सिख यकीन भी नहीं करता, वो एक गल दे विचों गल आ, इदां दी सानू फोटो नहीं मिलती गी। एक मिलती आ तत्ती लोह ते बैठियां दी। गुरु अर्जन साहब महाराज जी ना पानी दे विच इन्ना जबरदस्त उबालिया गया कि गुरु अर्जन साहब महाराज जी का 28 तरीक वाला जिहड़ा दिन आ ना, उस दिन गुरु अर्जन साहब महाराज जी का शरीर पिघल गया सी। गुरु अर्जन साहब महाराज जी का शरीर ना पिघल गया सी। पर एक गल कही सी, एक गल कही सी, सानू एक मालक का हुक्म आ, रब का हुक्म आ, वो हुक्म के अनुसार असी जिंदगी जिउने आ। असी किसी भी दुख तो डरते नहीं हाँ। जो नर दुख मैं दुख नहीं माना, सुख स्नेहो अर भै नहीं जाके कंचन माटी माना। असी तो कदे भी घबराउंदे नहीं हाँ, डरते नहीं हाँ। ते जहांगीर नूं की कहा गा, तैनूं कसम लगे, तैनूं कसम लगे जे तू साडे सबर नूं, साडे सिदक नूं, साडे मजबूत इरादे नूं तोड़ देवें, जित लवें, ये जित के दिखा। ते सानूं कसम लगे असीं तेरे अगे वास्ता पाईए भी सानू दुख ना दे, सानू आ तसीहे ना दे। असीं नहीं कवांगे, असीं नहीं कहना गा भी सानू आ तसीहे ना दे, जो मर्जी तसीहे दे, तेरी मर्जी आ, पर तू सानू जित के दिखा दे। पर हुण इत्थे आपां नूं पता इदां दा कोई मिहणा वाजे, ताना वाजे ते बंदे दा मरण हो जांदा। पर चेता रखियो प्यार वालिओ, धन गुरु अर्जन साहब महाराज जी नूं देग दे विच उबालिया गया। गुरु पातशाह दा शरीर मोम वांगू ढल गया, मोम वांगू ढल गया। शाम हुंदी आ, गुरु पातशाह बिल्कुल बेहोशी दी हालत विच ने, डाउन ने कह लो स्थिति पातशाह दी। भाई पैड़े वर्गिਆਂ ਨੂੰ लंगाह वर्गिਆਂ ਨੂੰ भी तसीहे दिते नाल, पर कुछ होश विच ने ते देग दे विचों पातशाह नूं बाहर कढ़िया। भाई पैड़ा जी होरां ने, लंगाह होरां ने अपने मोढिਆਂ ते चुक के पातशाह नूं जिस थां ते आराम करनी है लाहौर दी कैद विच ना उत्थे बहाया। ते गुरु पातशाह जी का जिन्ना कुछ हो सकिया गुरु पातशाह दे सिखां ने सेवा भी की, मदद भी की। जुल्म ढाउण वालियां नूं लाहणतां भी पाईयां, लाहणतां भी पाईयां ना। आखिरकार 29 मई 29 तरीक आ गई ना 1606 दी, ते इस दिन 20 तसीहे जिन्ने हो सकिया इन्हां तो दिते गए, पर हंब गए, कोई भी गल ना बनी। हुण फैसला होयागा
भी गुरु अर्जन साहब महाराज जी नूं खत्म किया जाए, बस अजे साह चलते हैं ना, इन्हों खत्म किया जाए, रखना नहीं। तो खत्म किस तरीके नाल करना गा? इस तरीके दे नाल करना गा क्योंकि दुनिया दे विच जिहड़े रब दे प्यारे हुंदे आ ना, उन्हां नूं मन्निया जांदा भी जिथे जिथे अपना खून डोल जांदे ने ते उथे उथे ना बूटे पैदा हो जाते हैं। तो दुनिया दीयां लिखतां भी कहिंदियां ने जिथे डुलदा खून शहीदां दा, तकदीर बदलदी कौमां दी। पर पातशाह जी दे ये फतवा लाया गया भी गुरु अर्जन साहब महाराज दा खून धरती ते नहीं डुलना चाहिए। तो गुरु पातशाह बिल्कुल बेहोश ने, मास खून ढलदा ढल रहा। आपां नक्शा बना के वेख लो पानी च उबले हुए दा किहो जिहा नक्शा बन सकदा गा। पर उबले हुए शरीर नूं ना दूसरे दिन मतलब कि वो तत्ती तवी ते बहाउण वाली आपां ये कह लो भी एक सज़ा नहीं है। जे आपां कह दईए ना सज़ा, सज़ा तो उदों पहलां बहुत ज़्यादा झल चुके हैं गुरु साहब, बेहोश हो चुके ने, खत्म की स्थिति में जा चुके ने। पर गुरु पातशाह का जिहड़ा खून आ वो धरती ते नहीं डुलण देना। तत्ती लोह ते बहाओ, जिहड़ा चरबी ढलदा ना ते खून डुलदा भी है माड़ा मोटा, ये डुले ना तत्ती लोह ते बैठियां दा खून जिमें जिमें डुलूगा तिमें तिमें मचदा रहे। ते खून डुलण तो भी अगे रुड़ के ना आवे खून, जिमें मान लो इत्थों चलिया खून ढल के थल्ली जाना ना, उपर रेता पाओ तो चेता रखो जिथे रेता पै जांदा भुब्बल पै जांदी आ, खून जम जांदा। जख्म ते भाव रेता पै जावे, आपां खुद ही नक्शा बना के वेखो, वो जख्म ते पिया होया लग्या होया खून ते रेता की बन जांदा गा? एक मोटी जी परत बन जाती आ। तो गुरु साहब जी का ना इदां ये खून डुलण नहीं दिता, जिन्हों कहना झाशा का कानून मुताबक ये गुरु पातशाह जी नूं शहादत करन वाला, शहीद करन वाला समा गा। ते गुरु पातशाह जी नूं बिल्कुल इन्हां ने डाउन कर दिता। इत्थे ना आ हालात विच साईं मियां मीर नूं बिड़क लगी, कहंदे वो लाहौर वल भज्या गया। जदों जाके वेख्या भुब्बा मार के रोया, सच्चे पातशाह पापियां ने आ कुछ कीता गा, लाणतां पाईयां, पर वाह कोई नहीं, वाह कोई नहीं ना लगदी गी, लाणतां पाईयां ने। ते धन गुरु गोबिंद वाहिगुरु अर्जन देव महाराज जी दे कोल खड़ के बड़ा दर्द मन्निया ते एक गल कही, इहदे नाल पुरानी गल याद आ गई। ते साईं मियां मीर गुरु का सिख आ, बहुत वधिया सिख आ, विद्वान आ, एक गुरु घर का ये गुरबाणी के अर्थ कर रहा सी। सारी गुरबाणी तो आपां नूं पता रब दे प्यारिਆਂ दे मालक की बख्शिश है ना, याद आ गई। एक दिन इन्हें बेनती की सी, पिछली गल है ये, साईं मियां मीर ने कहना सच्चे पातशाह बाणी तुसीं कहने बहुत सौखी आ, पढ़िया करो विचारिया करो। असी ना बाणी पढ़नी भी शुरू करती ते असी बाणी विचारनी भी शुरू करती। ये गुरु अर्जन साहब को ना पोथी लेके आया सी साईं मियां मीर, ते एक पंक्ति ते उंगल रख के पातशाह नूं कहंदा, सच्चे पातशाह तुसीं कहने हो बाणी पढ़नी सौखी आ ते बाणी समझनी ते विचारनी भी सौखी आ। देखो इत्थों गल्लां मिलदियां ना आपां नूं, ते साडे बाबे की कहंदे ने बाणी पढ़नी औखी आ, ये समझनी भी औखी आ, ये तो अगाध बोध आ जी, इहदा अंत कौन पा सकदा? ठीक आ भी अंत नहीं पा सकते, पर समझ भी सकते हैं, विचार भी सकते हैं, पढ़ भी सकते हैं। ये तो पंजवें पातशाह ने साईं मियां मीर वर्गिਆਂ नूं कहता सी पढ़नी सौखी है विचारनी सौखी है, विचारो ते पढ़ो। पर जिथे जाके कोई गल पुछण दी आउंदी है ना, तो साईं मियां मीर पुछण आया ना, कहंदा सच्चे पातशाह बाणी बड़ी वधिया गई, बहुत सोहणे ढंग नाल मैं विचार भी लई, पढ़ भी लई, पढ़ रहा भी हाँ, विश्वास भी आ, कोई शक नहीं। पर एक पंक्ति ते ध्यान रुक गया, एक पंक्ति ने ना ध्यान रुक गया। किहड़ी ते? अपने अंदर भी कदे ख्याल बन सकता भी आ एक पंक्ति ते ध्यान रुक गया, ये पंक्ति दे अर्थ नहीं सानू पता लगदा गा। किहड़ी आ? तन मन काट काट सब अर्पी, बिच अग्नि आप जलाई। पातशाह आ पंक्ति दे अर्थ मैनू लगदा तुसीं ना उही भुलेखे भुलुखे नाल ही लिखती, ये तां करने औखे आ। तन मन काट
इदां कट्टिया गया ना, तन मन काट, काट सब अर्पी बिच अग्नि आप जलाई। ये भला प्रैक्टिकल कौन करूगा इस पंक्ति नूं? जे गुरु नानक साहब ने लिखिया ना, जो तो प्रेम खिलन का चाओ, सिर धर तली गली मेरी आओ, हुण इहनूं प्रैक्टिकल कौन देऊगा? भी भाव अजमाऊ कौन भी? हाँ मैं काम कर मैं सकदांगा, पर गुरु दे सिखां ने वो करके विखाया भी आ। जे सिरां दी लोड़ पई आ तो दिते भी आ। जे बकारां करके सिर कटाउणे पै तां वो भी कटवाए ने, ऐसो इशरत दे सिर भी कटवाए ने। चलो वाहिगुरू भला करे। साईं मियाँ मीर ने जो कहा ना तो गुरु साहब मुस्करा पे, कहते साईं जी कोई गल नहीं, वाहिगुरू भला करेगा, तुसीं ध्यान दिओ ते बख्शिश मालक आपे करेगा, तुसीं आपे समझ जाओगे। जिवें आपां आम ही सियाणे बच्चे नूं कह दिंदे आ, पुੱਤ कोई ना तू बाहला ना दाब पा अपने दिमाग ते, तू थोड़ा जिहा वड्डा हो, तैनूं इह गल दा आपे पता लग जू, मैं नहीं तैनूं दसणी गी। आपां आम ही कह दिंदे आ भी कोई गल नहीं तैनूं पता लग जू, टका रख। ते अज साईं मियाँ मीर ना वो पंक्ति नूं याद कर करके भुब्बा मार मार के रो रहा हैगा। कहंदा सच्चे पातशाह उस पंक्ति दे अर्थ मैं अज तक नहीं सी कर सकिया, पर मेरी निगाह दे विच अज वो अर्थ संपूर्ण हो गए ने। तू खुद ही अपना तन मन कटाउण वाला ते खुद ही अपने आप नूं अग विच बहाउण वाला। ते गुरु साहब ने जे बाणी लिखी है ना, तो बाणी नूं प्रैक्टिकल रूप भी दिता। ते धन गुरु अर्जन साहब महाराज अखीर बिल्कुल बेहोशी की हालत में चले गए। आखिरकार बहुते इतिहासकार लिखते ने कोल वगदी आ रावी, ते कुदरती गल आ जिहड़ा दरियावां दा पानी नदियां दा पानी हुंदा ना, ज़्यादा ठंडा हुंदा। अज भी आपां देखदे आ उन्हां दे विच थोड़ी ठंड की तसीर आ ज़्यादा हुंदी आ। ते फिर आखिरकार इन्हां ने रावी दे पानी विच डोब के गुरु पातशाह नूं शहीद कर दिता। आखिरकार देखो तसीहे किन्ने भैड़े आ। पानी विच उबालिया, खून मचण नहीं देना, तत्ती लोह ते बहाया, खून डुल्लण नहीं देना, उपर रेता पाया, जख्मां ते भाव पानी लगे ना जलन बहुती हुंदी आ। आपां नूं सारिआं नूं पता। ते प्यार वालों चेता रखियो धन गुरु अर्जन देव महाराज जी दे उस टाइम ते शरीर ते मन ते जिहड़े दुख दे रहे ने की बीतदी होनी है। ये इन्ना कुछ गुरु साहब ने क्यों किया? सब कुछ जो उन्हां दे सिद्धांत सी उल्ट सी, ते वो उल्ट सिद्धांतां नूं एक ऐसा जीवन दिता, सिखा डोली ना, वेख ला मैं बाणी लिखी है ना, ते बाणी ते भरोसा भी रखिया। बाणी लिखी है ना, भरोसा भी रखिया। रब ते भरोसा रख, विश्वास रख, सिदक विच रह जाना सब ने आ। कोई 2 दिन पहला ते कोई 2 दिन मगरों रहना इत्थे किसी ने भी नहीं है। ते ये पापियां ने एडा वड्डा धरो पाप क्यों कमाया? इत्थे थोड़ी जी विचार। धन गुरु अर्जन साहब महाराज नूं 30 मई 1606 दे विच लाहौर की धरती ते शहादत का जाम पी गए सन, शहीद कर दिता सी। एक गल इत्थे 2 गल नहीं नोट करियो, फिर आपां समाप्ति कर देवांगे। नंबर 1 ते शहीदी, जिहड़ी शहीदी है ना, ते आपां नूं पता ये सिख कौम दे विच पहली शहीदी है, शहादत जिन्हों आपां कहने आ 5वें पातशाह शहीदां दे सिरताज। पहली शहादत आ, पहली शहीदी आ। दुनिया दे विच राजा बल ने ना दान किया सी, ते उत्थों बलीदान शुरू हो गया। बलीदान कुर्बानियां दित्तियां जांदियां ने, पर गुरु पातशाह ने शहादत दित्ती आ अपने लिए नहीं, ते ये दुनिया लिए दित्ती आ। दीन गवाया दुनी स्यों, ये दुनिया करके दीन नहीं गवाया। ते पातशाह ने दीन की राखी की आ, अपने आप नूं अग विच झोक के। ये 5वें पातशाह शहादत आपां सुनी आ। पर जिन्हां ने तसीहे दिते आ, हाल उन्हां दे मंदे होए ने। बाद दा इतिहास दसदा बुरे हाल होए ने, गुरु पातशाह कृपा करे। पर इत्थे जिहदा हुक्म सी जहांगीर दा, चेता रखियो जहांगीर एक वो व्यक्ति जिहदे बारे आपां पहलां सुन लिया भी अपने पुੱਤ नूं जेल च बंद कीतागा। अपने पुੱਤ नूं जेल च बंद कीता ना, पुੱਤ बागी हो गया। पुੱਤ बागी हो गया ना, मुर्तजा खां की ड्यूटी लाई आ इनू मार दे। मुर्तजा खां ने आखिरकार जहांगीर दे पुੱਤ नूं फड़ लिया, जहांगीर दे पुੱਤ नूं फड़ लिया।
ਤੇ ਆਪਣੇ ਪੁੱਤ ਨੂੰ ਸਜ਼ਾ ਕੀ ਦਿੱਤੀ ਸੀ ਇਹਨੇ। ਹੁਣ ਆਹ ਦੇਖ ਲਓ ਥੋੜ੍ਹਾ ਜਿਹਾ, ਇਹ ਐਡੇ ਪਾਪੀ ਲੋਕ ਹੁੰਦੇ ਨੇ ਜਿਹੜੇ ਕੁਰਸੀ ਦੇ ਚੱਕਰ 'ਚ ਫਸ ਜਾਣ, ਆਪਣੇ ਬੱਚਿਆਂ ਨੂੰ ਵੀ ਨਹੀਂ ਬਖਸ਼ਦੇ ਤੇ ਤੂੰ ਮੈਂ ਤਾਂ ਕੌਣ ਆ ਭਾਈ। ਤੇ ਹੁਣ ਚੇਤਾ ਰੱਖਿਓ, ਆਪਣੇ ਪੁੱਤ ਨੂੰ ਇਹਨੇ ਸਜ਼ਾ ਦਿੱਤੀ ਸੀ ਅੱਖਾਂ ਦੇ ਵਿੱਚ ਨਾ ਜ਼ਹਿਰ ਪਾ ਕੇ, ਅੱਖਾਂ ਵਿੱਚ ਪਹਿਲਾਂ ਚੰਡ ਕੀਤੇ, ਫਿਰ ਜ਼ਹਿਰ ਪਾਈ, ਫਿਰ ਅੱਖਾਂ ਦੀਆਂ ਪਲਕਾਂ ਦੋਵੇਂ ਜੋੜ ਕੇ ਉਹਨਾਂ ਨੂੰ ਸਿਉਂਤਾ ਸੀਗਾ, ਆਪੇ ਤੜਫ ਤੜਫ ਕੇ ਮਰ ਜੂਗਾ। ਆਹ ਸਜ਼ਾ ਦਿੱਤੀ ਸੀ ਆਪਣੇ ਪੁੱਤ ਨੂੰ ਜਹਾਂਗੀਰ ਨੇ। ਇਹ ਇੰਨੇ ਸਿੱਧਰੇ ਕਹਿ ਲਓ, ਕਮਲੇ ਕਹਿ ਲਓ, ਚਲਾਕ ਕਹਿ ਲਓ, ਘਟੀਆ ਕਿਸਮ ਦੇ ਲੋਕ ਹੁੰਦੇ ਨੇ ਪਿਆਰ ਵਾਲਿਓ, ਜਿਨ੍ਹਾਂ ਨੇ ਆਪਣੇ ਪੁੱਤ ਨਹੀਂ ਬਖਸ਼ੇ, ਉਹਨਾਂ ਦੀਆਂ ਅੱਖਾਂ ਵਿੱਚ ਜ਼ਹਿਰ ਪਾ ਕੇ, ਅੱਖਾਂ ਦੀਆਂ ਪਲਕਾਂ ਸਿਉਂ ਕੇ ਸ਼ਹੀਦ ਕਰ ਦਿੱਤੇ, ਮਾਰ ਦਿੱਤੇ। ਤੇ ਉਹਨਾਂ ਲੋਕਾਂ ਤੋਂ ਅਸੀਂ ਭਲੇ ਦੀਆਂ ਆਸਾਂ ਕੀ ਲਾ ਸਕਦੇ ਹਾਂ। ਬਸ ਗੁਰੂ ਪਾਤਸ਼ਾਹ ਕਿਰਪਾ ਕਰੇ, ਆਪਾਂ ਜ਼ਰੂਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਚੇਤੇ ਰੱਖੀਏ, ਕਿਉਂਕਿ ਆਪਣਾ ਲੜੀਵਾਰ ਇਤਿਹਾਸ ਹੁੰਦਾ ਸੀ ਤਾਂ ਆਪਾਂ ਇੱਥੇ ਤੱਕ ਪਹੁੰਚ ਗਏ, ਤੇ ਨਹੀਂ ਆਪਣੀ ਬਾਣੀ ਦੀ ਵਿਚਾਰ ਚੱਲ ਰਹੀ ਆ। ਸੋ ਗੁਰੂ ਪਾਤਸ਼ਾਹ ਕਿਰਪਾ ਕਰੇ ਤੇ ਸਾਨੂੰ ਬਾਣੀ ਤੇ ਭਰੋਸਾ, ਯਕੀਨ, ਗੁਰੂ ਦੇ ਇਤਿਹਾਸ ਨੂੰ ਜ਼ਰੂਰ ਪੜ੍ਹੀਏ, ਸੁਣੀਏ ਤੇ ਵਿਚਾਰੀਏ ਭਾਈ। ਸਭ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ। ਸ਼ਬਦੋ ਤਾਂ ਗਾਵੋ ਹਰੀ ਕੇ ਰਾਮਣ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੂਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਬਾਜੇ ਪੰਜ ਸ਼ਬਦ ਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਬਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ। ਕਾਲ ਕੰਟ ਕੋ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ